ਸਾਧ ਸੰਗਤ ਦੀ ਇਜਾਜ਼ਤ ਦੇ ਨਾਲ ਅੱਜ ਦੀ ਕਲਾਸ ਚਾਲੂ ਕਰਦੇ ਹਾਂ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੀ ਇਸ ਫੁਲਵਾੜੀ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ। ਤੇ ਬੜੀ ਗੁਰੂ ਦੀ ਬਖਸ਼ਿਸ਼ ਹੈ ਔਰ ਗੁਰੂ ਦੇ ਇਸ ਆਨੰਦ ਮਾਰਗ ਦੇ ਉੱਪਰ ਚਲਦਿਆਂ ਸੋਚ ਪੈ ਜਾਏ, ਸਮਝ ਆ ਜਾਏ, ਤਾਂ ਕਿ ਅਸੀਂ ਵੀ ਸੱਚੇ ਮਾਰਗ ਚਲਦੇ ਹਾਂ ਉਸਤਤ ਕਰੇ ਜਹਾਨ ਸਮਝ ਪਾਈਏ ਔਰ ਇਸ ਦੇ ਤਰੀਕੇ ਦੇ ਨਾਲ ਅਸੀਂ ਗੁਰੂ ਮਹਾਰਾਜ ਦੇ ਵਿੱਚ ਆਪਣਾ ਲਿਵ ਲਗਾ ਕੇ ਇਸ ਭਵ ਸਾਗਰ ਤੋਂ ਅਸੀਂ ਪਾਰ ਹੋ ਸਕੀਏ। ਸਾਰਿਆਂ ਨੂੰ ਵੈਲਕਮ। ਔਰ ਮੇਰੇ ਵੀਰ ਸੁਰਨਜੀਤ ਸਿੰਘ ਜੀ, ਜਿਨ੍ਹਾਂ ਦੀ ਅੰਤਕ ਸੇਵਾ ਜੋ ਇਤਨੇ ਸ਼ੁਰੂ ਤੋਂ ਅੱਜ ਦਿਨ ਤੱਕ ਜਿਹੜੀਆਂ ਸਾਡੀਆਂ ਹੁਣ ਤਕਰੀਬਨ 80-85 ਕਲਾਸਾਂ ਹੋ ਗਈਆਂ ਹਨ, ਉਹਦੇ ਸਭ ਤੋਂ ਮੇਜਰ ਯੋਗਦਾਨ ਮੇਰੇ ਵੀਰ ਸੁਰਨਜੀਤ ਸਿੰਘ ਜੀ ਦਾ ਹੈਗਾ। ਤੇ ਆਓ, ਔਰ ਅੱਜ ਦਾ ਟੌਪਿਕ ਬੜਾ ਹੀ ਸ਼ਾਨਦਾਰ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਮਤਲਬ ਕਹਿੰਦੇ ਜੋ ਤੋਂ ਪ੍ਰੇਮ ਮਿਲਨ ਕੋ ਚਾਹੋ। ਹੁਣ ਉਹ ਮਿਲਣ ਦਾ ਚਾਹ ਕਿਸ ਤਰ੍ਹਾਂ ਮੇਰੇ 'ਚ ਆਏਗਾ ਔਰ ਗੁਰੂ ਨੂੰ ਮੈਂ ਕਿਸ ਤਰ੍ਹਾਂ ਗਲਵਕੜੀ ਪਾਵਾਂ ਔਰ ਮੇਰਾ ਰਿਲੇਸ਼ਨਸ਼ਿਪ ਗੁਰੂ ਦੇ ਨਾਲ कैसा है, how I become a Sikh or manmukh to Sikh to I would say manmukh to Gursikh और Gursikh ਦੇ ਵਿੱਚ ਮੈਂ ਔਰ ਫਿਰ ਗੁਰੂ ਦਾ ਮੈਂ ਜਨ ਬਣ ਪਾਵਾਂ। ਇਸ ਸੀਰੀਜ਼ ਦੇ ਵਿੱਚ ਸਾਡੇ ਵੀਰ ਜੀ ਸਾਨੂੰ ਅੱਜ ਲੈ ਕੇ ਚੱਲਣਗੇ ਔਰ ਇਹ ਮਾਰਗਦਰਸ਼ਨ ਦੇਣਗੇ ਕਿ what is the relationship between Sikh and Guru। Over to you ਵੀਰ ਸੁਰਨਜੀਤ ਸਿੰਘ ਜੀ, ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ। ਔਰ ਜਿਹੜੇ ਮਿਊਟ ਤੇ ਨਹੀਂ ਹੈ, ਥੋੜਾ ਮਿਊਟ ਤੇ ਕਰ ਲੈਣਾ ਆਪਣੇ ਨੂੰ ਤਾਂ ਕਿ ਅਸੀਂ ਸੈਸ਼ਨ ਸ਼ੁਰੂ ਕਰ ਸਕੀਏ। ਲਾਈਫ ਮੋਡਿਊਲ ਸੀਰੀਜ਼ ਦੇ ਵਿੱਚ ਟੋਟਲ 12 ਅਸੀਂ ਲਾਈਫ ਮੋਡਿਊਲ ਬਣਾਏ हैं, ਜਿਹਦੇ ਵਿੱਚ ਲਾਸਟ ਮੋਡਿਊਲ ਹੈ ਉਹ ਸਟਾਰਟ ਹੋਣ ਜਾ ਰਿਹਾ। और ये टॉपिक जो है वो है जो तो प्रेम खिलन का चाओ। एक्चुअली पूरी सीरीज का जो ओवरऑल नाम है वो भी यही है, जो तो प्रेम खिलन का चाओ। इफ यू वांट टू प्ले द गेम ऑफ लव, कि जो भी असी परमात्मा की राह ते चलण लई उपराला करते हैं, जो गुरु दियां शिक्षावां ने जिस तरह का साडा जीवन होना चाहिए, असी जो भी फाइनली गुरु ने मिशन रखा उस डायरैक्शन में जा रहे होंदे आ। ये सारी दी सारी खेड प्रेम दी ही खेड है। जिथे गुरु नानक साहब ने तो कहा ही कि जो तो प्रेम खिलन का चाओ, सिर तर तली गली मेरी आओ मोरी आओ, उत्थे ही गुरु गोबिंद सिंह साहब ने भी कहा सी, साच कहो सुन ले हो सबे जिन प्रेम कियो तिन ही प्रभ पायो। ये सारी प्रेम की कहानी है। तो एक जो प्रेम की कहानी है उहदे च गुरु दा और सिख दा एक बड़ा प्रेम भरिया रिलेशनशिप है। और उहदे विच ही जो गुरु ने सानू आइडेंटिटी दिती है, वो भी एक बड़ा प्रेम का बड़ा भाव है। सो इस सारे नू समझण लई असी जो टॉपिक है अज दा स्टार्ट करते हैं। हुण तक दे जो साडे 11 टॉपिक सी वो ज़्यादा तो ज़्यादा मार्ग उत्ते, फिलोसफी दे उत्ते, मिशन दे उत्ते उस तरह दे सी। ये जो टॉपिक है थोड़ा जिहा हट के है, ये आइडेंटिटी दे उत्ते है, ज़्यादा सिख स्वरूप ते है। ਤੇ ਬਹੁਤ ਸਾਰੀਆਂ ਅਸੀਂ ਬੇਸਿਕ ਗੱਲਾਂ ਜੋ ਅੱਜ ਕਰਾਂਗੇ ਔਰ ਜੋ ਸਰੂਪ ਨਾਲ ਰਿਲੇਟਡ ਕੁਐਸਚਨ ਹੈ ਉਹ ਅਸੀਂ ਇਹਦੇ ਪਾਰਟ 2 ਦੇ ਵਿੱਚ ਨੈਕਸਟ ਟਾਈਮ ਕਵਰ ਕਰਾਂਗੇ। ਕੁਝ ਕੁਐਸਚਨਸ ਅੱਜ ਹੋਣਗੇ ਬਟ ਜੋ ਬਹੁਤ ਜ਼ਿਆਦਾ ਇੰਟ੍ਰਿਕੇਟ ਜੇ ਕੁਐਸਚਨਸ ਹੈ ਜੋ ਸਾਨੂੰ ਬੱਚਿਆਂ ਨੇ ਪੁੱਛੇ, ਉਹਨਾਂ ਕੁਐਸਚਨਸ ਨੂੰ ਅਸੀਂ ਸੈਕੰਡ ਪਾਰਟਸ ਲਵਾਂਗੇ। ਔਰ ਅੱਜ ਦੀ ਜੋ ਹੈ ਅਸੀਂ ਇਸੇ ਹੀ ਟੌਪਿਕ ਦੇ ਉੱਤੇ ਜੋ ਇੱਕ ਤਰ੍ਹਾਂ ਦੀ ਥਿਊਰੀ ਪਾਰਟ ਹੈ ਉਹਨੂੰ ਅਸੀਂ ਕਵਰ ਕਰਨ ਜਾ ਰਹੇ ਹਾਂ। ਸੋ ये जो टॉपिक है, टॉपिक जो मॉड्यूल टॉपिक है सिख स्वरूप ਅਤੇ संबंधित प्रश्न। असी सब बड़ी अच्छी तरह इन पंक्तियों नाल जानू हाँ कि इन्हीं की कृपा के सजे हम हैं, नहीं मुझसे गरीब करोड़ परे। जिथे गुरु गोबिंद सिंह जी कह रहे हैं कि असी सजे हाँ, असी सजना एक तरह की प्रिविलेज है। असी जो इंसान सजदा है तो एक आशा होंदी है दिल विचकार, एक खेड़ा होंदा दिल दे विचकार, खुशियां होंदियां। तो असी जिस तरह गुरु साहब कह रहे हैं कि इन्हीं की कृपा के सजे हम हैं, वो सिखां नूं ये मान दे रहे हैं
नहीं मैं मुझसे गरीब करोड़ परे, इतने हंबल हो के ਕਹਿੰਦੇ ਮੇਰੇ ਵਰਗੇ ਤੇ ਇਹੋ ਜਿਹੇ ਕਰੋੜਾਂ ਪਏ ਸੀ ਜੇ ਅਸੀਂ ਸੱਜੇ ਵੀ ਹਾਂ ਤੇ ਇਹਨਾਂ ਦੀ ਹੀ ਕਿਰਪਾ ਨਾਲ, ਸਿੱਖਾਂ ਦੀ ਕਿਰਪਾ ਨਾਲ ਸੱਜੇ ਹਾਂ। ਸੋ ਉਹ ਜੋ ਮਾਣ ਗੁਰੂ ਨੇ ਸਾਨੂੰ ਦਿੱਤਾ ਹੈ ਸਿੱਖ ਹੋਣ ਦਾ, ਔਰ ਜਿਸ ਤਰ੍ਹਾਂ ਗੁਰੂ ਸਾਹਿਬਾਨ ਦੇ ਵਰਡਸ ਹੈ, ਇਹਦੇ ਬਹੁਤ ਹੀ ਗਹਿਰੇ ਭਾਵ ਹਨ। ਇਹ ਅੱਜ ਤੱਕ ਦੁਨੀਆ ਦੇ ਸ਼ਾਇਦ ਕਿਸੇ ਰੈਬਰ ਨੇ ਇਹ ਗੱਲ ਨਹੀਂ ਕਹੀ, ਅਸੀਂ ਗਾਰੰਟੀ ਨਾਲ ਤੇ ਨਹੀਂ ਕਹਿ ਸਕਦੇ, ਪਰ ਜਿਨ੍ਹਾਂ ਨੇ ਕਿਹਾ ਹੋਇਆ ਕਿ ਮੈਂ ਇਹਨਾਂ ਦੀ ਕਿਰਪਾ ਨਾਲ ਸੱਜਿਆ, ਇਹ ਮੇਰੀ ਕਿਰਪਾ ਨਾਲ ਨਹੀਂ ਬਲਕਿ ਮੈਂ ਇਹਨਾਂ ਦੀ ਕਿਰਪਾ ਨਾਲ ਸੱਜ ਰਿਹਾ। ਸੋ ਮੋਡਿਊਲ ਦਾ ਜੋ ਆਬਜੈਕਟਿਵ ਰਹੇਗਾ ਉਹ ਰਹੇਗਾ ਕਿ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਿੱਖ ਸਰੂਪ ਦੀ ਕੀ ਇੰਪੋਰਟੈਂਸ ਹੈ। ਤੇ ਸਿੱਖ ਇਜ਼ ਦਾ ਹੋਪ ਆਫ ਗੁਰੂ, ਐਜ਼ ਮਚ ਐਜ਼ ਗੁਰੂ ਇਜ਼ ਦਾ ਹੋਪ ਫॉर ਅ ਸਿੱਖ। ਜਿੰਨੀ ਸਾਨੂੰ ਇੱਕ ਗੁਰੂ ਤੋਂ ਉਮੀਦ ਹੁੰਦੀ ਹੈ ਕਿ ਗੁਰੂ ਸਾਨੂੰ ਇਸ ਜੀਵਨ ਦੇ ਮਕਸਦ ਵਿੱਚ ਪੂਰਾ ਕਰਨ ਦੇ ਵਿਚਕਾਰ ਸਾਡੀ ਬਾਹ ਪਕੜਨਗੇ, ਸਾਨੂੰ ਲੈ ਕੇ ਚੱਲਣਗੇ, ਸਾਨੂੰ ਪੂਰਾ ਸਹਿਯੋਗ ਮਿਲੇਗਾ, ਗੁਰੂ ਦੀ ਕਿਰਪਾ ਰਹੇਗੀ, ਅਸੀਂ ਪਰਮਾਤਮਾ ਤੱਕ ਪਹੁੰਚ ਕੇ ਪਰਮਾਤਮਾ ਹੀ ਹੋ ਸਕਦੇ ਹਾਂ। ਉਹ ਜੋ ਸਾਨੂੰ ਗੁਰੂ ਤੋਂ ਉਮੀਦ ਹੈ, ਉਸੇ ਤਰ੍ਹਾਂ ਗੁਰੂ ਤੋਂ ਵੀ ਸਾਨੂੰ ਕੁਝ ਉਮੀਦ ਹੈ। ਸੋ ਸਿੱਖ ਇਜ਼ ਦਾ ਹੋਪ ਆਫ ਗੁਰੂ। ਇਹ ਨਹੀਂ ਕਿ ਸਾਨੂੰ ਹੀ ਸਿਰਫ ਗੁਰੂ ਤੋਂ ਹੋਪ ਹੈ, ਗੁਰੂ ਨੂੰ ਵੀ ਸਾਡੇ ਤੋਂ ਕੁਝ ਉਮੀਦਾਂ ਹਨ। ਸੋ ਇਸ ਟੌਪਿਕ ਤੇ ਚੱਲਦੇ ਹੋਏ ਜੋ ਪਹਿਲਾ ਕੁਐਸਚਨ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਦੇਖੀਏ ਕਿ ਧਰਮਾਂ ਦੇ ਲਈ ਇਤਨੀ ਨੈਗੇਟਿਵਿਟੀ ਕਿਉਂ ਹੈ। ਅੱਜ ਦੀ ਤਾਰੀਖ ਦੇ ਵਿੱਚ ਕਿਸੇ ਨਾਲ ਧਰਮ ਦੇ ਬਾਰੇ ਗੱਲ ਕਰੋ ਤੇ ਸ਼ਾਇਦ ਨੈਗੇਟਿਵਿਟੀ ਮਾਈਂਡ 'ਚ ਜ਼ਿਆਦਾ ਆਉਂਦੀ ਹੈ, ਪੋਜ਼ਿਟਿਵਿਟੀ ਘੱਟ ਆਉਂਦੀ ਹੈ। ਇੱਕ ਫੈਕਟ ਹੈ, ਕੁਝ ਅੱਜ ਦੇ ਹਾਲਾਤ ਹੈ ਜਾਂ ਜੋ ਵੀ ਰੀਜ਼ਨ ਰਿਹਾ ਹੋਏਗਾ, ਤੇ ਅਸੀਂ ਇਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਗਰ ਇਹ ਹੈ ਤੇ ਕਿਉਂ ਹੈ। ਇੱਕ ਤੇ ਹੈ ਇਹਦਾ ਰਾਜਨੀਤੀਕਰਨ, ਪੋਲੀਟੀਸਾਈਜੇਸ਼ਨ। ਜਦੋਂ ਵੀ ਕਿਸੇ ਚੀਜ਼ ਦੇ ਵਿਚਕਾਰ ਰਾਜਨੀਤੀ ਆਉਂਦੀ ਹੈ, ਜਿਹਦੇ ਵਿਚਕਾਰ ਕੁਝ ਲੋਕਾਂ ਦੇ ਇਹ ਖਾਹਿਸ਼ ਹੁੰਦੀ ਹੈ ਕਿ ਅਸੀਂ ਦੁਨੀਆ ਤੇ ਰਾਜ ਕਰੀਏ, ਔਰ ਰਾਜ ਕਰਨ ਦੇ ਲਈ ਜੋ ਖਾਸ ਤੌਰ ਤੇ ਡੈਮੋਕ੍ਰੈਟਿਕ ਸੈਟਅਪ ਹੁੰਦਾ, ਉਹਦੇ ਵਿਚਕਾਰ ਵੋਟ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਲੋਕਾਂ ਨੂੰ ਆਪਣੀ ਤਰਫ ਖਿੱਚਣਾ, ਲੋਕਾਂ ਨੂੰ ਆਪਣੀ ਤਰਫ ਆਕਰਸ਼ਿਤ ਕਰਨਾ, ਔਰ ਉਹਨਾਂ 'ਚ ਇਸ ਤਰ੍ਹਾਂ ਦੀ ਡਿਵੀਜ਼ਨ ਕ੍ਰੀਏਟ ਕਰ ਦੇਣੀ ਕਿ ਅਸੀਂ ਆਪਣਾ ਇੱਕ ਵੋਟ ਬੈਂਕ ਪੱਕਾ ਕਰ ਸਕੀਏ। ਸੋ ਉਹ ਹਰ ਲੈਵਲ ਤੇ ਹੁੰਦੀ ਹੈ। ਇੱਕ ਪਰਟੀਕੂਲਰ ਰਿਲੀਜਨ ਨੂੰ ਅਸੀਂ ਨਹੀਂ ਕਵਾਂਗੇ ਕਿ ਪਰਟੀਕੂਲਰ ਰਿਲੀਜਨ ਹੀ ਸਿਰਫ ਇਹਦੇ ਲਈ ਹੈ, ਜਿਹਨੂੰ ਜਿੱਥੇ ਮੌਕਾ ਮਿਲਦਾ ਇਹਦਾ ਫਾਇਦਾ ਉਠਾਉਂਦਾ। ਔਰ ਇਹ ਜੋ ਹੇਟਰੇਡ ਹੈ ਨਾ, ਇਹ ਲੋਕਾਂ ਨੂੰ ਡਿਵਾਈਡ ਕਰਦੀ ਹੈ। ਉਹਦੇ ਲਈ ਪੋਲੀਟੀਕਲ ਗੇਨਸ ਜਿਨ੍ਹਾਂ ਨੇ ਉਠਾਣੇ ਹੁੰਦੇ ਉਠਾਉਂਦੇ ਆ। ਉਹਦੇ ਲਈ ਚਾਹੇ ਉਹਨਾਂ ਨੂੰ ਅੱਗਾਂ ਲਗਵਾਉਣੀਆਂ ਪੈਣ, ਲੋਕ ਮਰਨ, ਪਰੇਸ਼ਾਨ ਹੋਣ, ਕੁਝ ਵੀ ਹੋਏ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਸੋ ਜਦੋਂ ਇਹ ਚੀਜ਼ਾਂ ਹੁੰਦੀਆਂ ਧਰਮ ਦੇ ਨਾਂ ਤੇ ਧਰਮ ਦੇ ਨਾਂ ਤੇ ਨੈਗੇਟਿਵਿਟੀ ਆਉਣਾ ਵੀ ਬਹੁਤ ਮਾਮੂਲੀ ਜੀ ਗੱਲ ਹੈ। ਵੀ ਜਦੋਂ ਲੋਕ ਦੇਖਦੇ ਆ ਫਿਰ ਕਹਿੰਦੇ ਛੋੜੋ ਜੀ ਧਰਮ ਨਾਲ ਕੀ ਹੈ, ਤੇ ਸਭ ਮਤਲਬ ਇੱਕ ਤਰ੍ਹਾਂ ਦੀ ਦੁਨੀਆ 'ਚ ਇਹਨੇ ਤਹਿਲਕਾ ਹੀ ਮਚਾਇਆ ਹੋਇਆ, ਖਰਾਬ ਹੀ ਕੀਤਾ ਦੁਨੀਆ ਨੂੰ। ਇਸ ਤੋਂ ਬਾਅਦ ਜੋ ਰੀਜ਼ਨ ਹੈ ਨੈਗੇਟਿਵਿਟੀ ਦਾ, ਉਹ ਹੈ ਕਮਰਸ਼ਲਾਈਜੇਸ਼ਨ ਜਾਂ ਵਪਾਰੀਕਰਨ। ਜਦੋਂ ਆਮ ਬੰਦਾ ਦੇਖਦਾ ਕਿ ਜੋ ਲੋਕ ਧਰਮਾਂ ਨਾਲ ਜੁੜੇ ਆ ਉਹਨਾਂ ਦਾ ਕੁਝ ਆਪਣੇ ਵੈਸਟਡ ਇੰਟਰਸਟ ਹੈ, ਉਹ ਵੈਸਟਡ ਇੰਟਰਸਟ ਚਾਹੇ ਉਹ ਕਰਪਸ਼ਨ ਵੀ ਹੋ ਸਕਦੀ ਹੈ, ਉਹ ਬੇਸਿਕਲੀ ਕਿਸੇ ਤਰ੍ਹਾਂ ਦੀ ਹੋਰ ਦੁਕਾਨਦਾਰੀ ਵੀ ਹੋ ਸਕਦੀ ਹੈ, ਡਾਇਰੈਕਟ ਕਰਪਸ਼ਨ ਨਾ ਹੋਏ, ਤੇ ਪਰਸਨਲ ਗੇਨ ਲਈ ਵੀ ਲੋਕ ਦੇਖਦੇ ਆ ਧਾਰਮਿਕ ਜਗ੍ਹਾ ਤੇ ਬਹੁਤ ਕੁਝ ਐਸੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ। ਸੋ ਆਮ ਜੋ ਬੰਦਾ ਹੈ ਉਹ ਪਰੇਸ਼ਾਨ ਹੁੰਦਾ, ਕਹਿੰਦਾ ਇਹ ਧਰਮ ਦੇ ਨਾਂ ਤੇ ਇਹੀ ਸਭ ਕੁਛ ਹੈ ਤੇ ਇਸ ਧਰਮ ਦਾ ਕੋਈ ਫਾਇਦਾ ਨਹੀਂ ਹੈ। ਬੱਚੇ ਅਲਰਟ ਹੈ, ਦਿਸ ਅੰਡਰਸਟੈਂਡ ਆਲ ਦਿਸ। ਇੱਕ ਹੋਰ ਜੋ ਕਾਰਨ ਹੈ ਉਹ ਹੁੰਦਾ ਸੁਪਰੀਮੇਸੀ, ਯਾਨੀ ਕਿ ਸਰਬੋਤਮਤਾ, ਮਤਲਬ ਅਸੀਂ ਹੀ ਸਭ ਤੋਂ ਬੈਸਟ ਹਾਂ। ਧਰਮਾਂ ਦੇ ਵਿਚਕਾਰ ਇੱਕ ਤਰ੍ਹਾਂ ਦਾ ਰਿਫਟ ਕ੍ਰੀਏਟ ਕੀਤੀ ਜਾਂਦੀ ਹੈ ਕਿ ਤੁਸੀਂ ਉਹਨਾਂ ਧਰਮਾਂ 'ਚ ਕਮੀਆਂ, ਸਾਡਾ ਧਰਮ ਬੈਟਰ ਹੈ, ਅਸੀਂ ਇਹਨੂੰ ਐਕਸਪੈਂਡ ਕਰਨਾ ਚਾਹੁੰਦੇ ਹਾਂ। ਸੋ ਵਰਲਡ ਹੈਜ਼ ਫੋਕਸਡ ਮੋਰ ਔਨ ਐਕਸਪੈਂਡਿੰਗ ਰਿਲੀਜੀਅਸ ਦੈਨ ਔਨ ਡਾਈਵਿੰਗ ਡੀਪ ਇਨਟੂ ਇਟਸ ਮੈਰਿਟਸ। ਧਰਮ ਦੀ ਗਹਿਰਾਈ ਵਿੱਚ ਜਾਣ 'ਚ ਕਿਸੇ ਨੂੰ ਨਹੀਂ ਇੰਟਰਸਟ, ਪਰ ਧਰਮ ਨੂੰ ਫੈਲਾਉਣ ਵਿੱਚ ਬਹੁਤ ਸਾਰੇ ਲੋਕਾਂ ਦਾ ਇੰਟਰਸਟ ਹੈ। ਔਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਜ਼ੋਰ ਜ਼ਬਰਦਸਤੀ ਨਾਲ, ਅੱਜ ਕੱਲ੍ਹ ਤੇ ਉਹ ਘਟ ਗਿਆ ਥੋੜ੍ਹਾ, ਔਰ ਜਾਂ ਫਿਰ ਪੈਸੇ ਦੇ ਜ਼ੋਰ ਤੇ ਧਰਮ ਬਦਲੇ ਜਾਂਦੇ ਆ, ਤੇ ਜੋ ਦੇਖਣ ਵਾਲੇ ਹੁੰਦੇ ਆ ਉਹ ਸਮਝ ਜਾਂਦੇ ਆ ਕਿ ਧਰਮ ਜਿਹੜੀ ਹੈ ਉਹ ਵੀ ਇੱਕ ਤਰ੍ਹਾਂ ਦਾ ਕੋਈ ਲਾਈਫ ਦੀ ਵੈਲਿਊ ਨਹੀਂ ਹੈ, ਇਹ ਤਾਂ ਸਿਰਫ ਇੱਕ ਤਰ੍ਹਾਂ ਦੀ ਖੇਡ ਚੱਲ ਰਹੀ ਹੈ। ਔਰ ਫਿਰ ਜੋ ਇੱਕ ਹੋਰ ਕਾਰਨ ਹੈ ਉਹ ਹੈ ਨਕਲੀ ਬਾਜ਼ਾਰ, ਯਾਨੀ ਕਿ ਫੇਕ ਮਾਰਕੀਟ ਇਨ ਦਾ ਨੇਮ ਆਫ ਰਿਲੀਜਨ। ਸੋ ਜਿਹੜੀ ਫੇਕ ਮਾਰਕੀਟ ਹੈ ਉਹਦੇ 'ਚ ਮਿਰੈਕਲਸ ਮੁਰੂਕਲਸ ਆ ਜਾਂਦੇ ਆ, ਲੋਕਾਂ ਨੂੰ ਡਰਾ ਧਮਕਾ ਕੇ ਵੀ ਧਰਮ ਵੱਲ ਲਿਆਇਆ ਜਾਂਦਾ, ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਖਾਸ ਤੌਰ ਤੇ ਗਰੀਬ ਬੰਦਿਆਂ ਨੂੰ, ਜਾਂ ਛੋਟੀਆਂ ਜਗ੍ਹਾ ਤੇ ਬਹੁਤ ਕਾਮਨ ਹੁੰਦਾ। ਡੇਰੇ ਨੇ, ਡੇਰੇ ਬੜੇ ਚੱਲਦੇ ਨੇ,
ਉਹ ਕੁਛ ਨਾ ਕੁਛ ਚਮਤਕਾਰੀ ਕੰਮ ਵੀ ਕਰਦੇ ਆ, ਕੁਛ ਉਹਨਾਂ ਦਾ ਭਵਿੱਖ ਦੱਸਦੇ ਆ, ਪਾਸਟ ਦੱਸ ਦਿੰਦੇ ਆ, ਪਾਸਟ ਪਤਾ ਲਗਵਾ ਲੈਂਦੇ ਆ ਕਿੱਥੋਂ, ਬਹੁਤ ਕੁਝ ਚੱਲਦਾ। ਸੋ ਇੱਕ ਬੜੀ ਵੱਡੀ ਫੇਕ ਮਾਰਕੀਟ ਹੈ। ਇਸ ਫੇਕ ਮਾਰਕੀਟ ਦੇ ਕਰਕੇ ਵੀ ਜੋ ਧਰਮ ਹੈ ਉਹ ਕਾਫੀ ਜ਼ਿਆਦਾ ਖਰਾਬ ਕਰਦੇ ਆ, ਔਰ ਉਹਦਾ ਅਖੀਰ 'ਚ ਇੰਪੈਕਟ ਇਹ ਹੁੰਦਾ ਕਿ ਚਾਹੇ ਅਸੀਂ ਉਹਨੂੰ ਪੋਲੀਟੀਸਾਈਜੇਸ਼ਨ ਕਹੀਏ ਜਾਂ ਵਪਾਰੀਕਰਨ ਕਹੀਏ ਜਾਂ ਫਿਰ ਸ਼ੋ ਆਫ ਸੁਪਰੀਮੇਸੀ ਕਹੀਏ ਜਾਂ ਝੂਠ ਜੋ ਚੱਲ ਰਿਹਾ, ਇਹਦੇ ਨਾਲ ਧਰਮਾਂ ਨੂੰ ਬਹੁਤ ਨੁਕਸਾਨ ਹੋਇਆ। ਪਿਓਰ ਧਰਮ ਸ਼ਾਇਦ ਸਾਰੇ ਹੀ ਬਹੁਤ ਅੱਛੇ ਹਨ, ਮਤਲਬ ਉਹਨਾਂ ਦੇ ਵਿੱਚ ਕੁਛ ਨਾ ਕੁਛ ਐਸੀ ਅੱਛਾਈਆਂ ਜੋ ਇਨਸਾਨ ਨੂੰ ਜੀਵਨ ਦਾ ਮਾਰਗ ਦੇ ਕੇ ਜਾ ਸਕਦੀਆਂ, ਔਰ ਉਹ ਮੋਰਲਸ ਐਂਡ ਪ੍ਰਿੰਸੀਪਲਸ ਨੂੰ ਤੇ ਸਾਈਡ ਤੇ ਰੱਖ ਦਿੱਤਾ ਜਾਂਦਾ ਹੈ। ਜੋ ਚੀਜ਼ ਸਾਹਮਣੇ ਆਉਂਦੀ ਹੈ ਉਹ ਦੇਖਣ ਲਾਇਕ ਨਹੀਂ ਹੁੰਦੀ। ਸੋ ਇਹੀ ਕਾਰਨ ਹੈ ਕਿ ਜੋ ਧਰਮ ਹੈ ਉਹਦੇ ਲਈ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ, ਔਰ ਜਿਹੜੇ ਬੰਦੇ ਜੁੜੇ ਵੀ ਹਨ ਧਰਮ ਨਾਲ ਉਹ ਸੁਪਰਫਿਸ਼ਲੀ ਜੁੜਦੇ ਹਨ, ਉਹ ਦਿਲ ਤੋਂ ਜਾਂ ਡੈਪਥ ਤੋਂ ਨਹੀਂ ਜੁੜਦੇ। ਅਗਰ ਜਦ ਤੱਕ ਉਹ ਡੈਪਥ ਨਾਲ ਨਹੀਂ ਜੁੜਨਗੇ, ਇੱਕ ਸੁਪਰਫਿਸ਼ੀਅਲੀ ਕੋਈ ਜੁੜਿਆ ਹੋਏ ਤੇ ਜੋ ਬਾਕੀ ਦੇਖਣ ਵਾਲੇ ਹੁੰਦੇ ਉਹਨਾਂ ਤੇ ਇੰਪੈਕਟ ਨਹੀਂ ਹੁੰਦਾ। ਸੋ ਇਹ ਕੁਝ ਕਾਰਨ ਹੈ ਕਿ ਧਰਮ ਜਿਹੜੇ ਨੇ ਉਹਨਾਂ ਦਾ ਕਾਫੀ ਕੁ ਹੱਦ ਤੱਕ ਬਹੁਤ ਨੁਕਸਾਨ ਪਹੁੰਚ ਚੁੱਕਾ ਹੈ। ਫਿਰ ਕੁਐਸਚਨ ਅੱਗੇ ਵੀ ਆ ਜਾਂਦਾ ਕਿ then what is the answer to negativity for religions? ਅਗਰ ਇਤਨੀ ਹੈ ਤੇ ਇਹਦਾ ਕੀ ਹੈ, ਇਹਦਾ ਕੀ ਜਵਾਬ ਕੀ ਹੈ, ਕੀ ਕਰ ਕੀ ਸਕਦੇ ਹਾਂ ਅਸੀਂ? ਅਗਰ ਹੈ ਤੇ ਕੁਛ ਇਹਦਾ ਜਵਾਬ ਵੀ ਹੋਣਾ ਚਾਹੀਦਾ। ਸੋ ਉਹਦੇ ਵਿਚਕਾਰ ਸਾਡੇ ਕੋਲ ਕੁਛ ਇੱਕ ਚੀਜ਼ਾਂ ਹੈ। ਸਭ ਤੋਂ ਪਹਿਲਾਂ ਤੇ ਇੱਕ ਇੰਡੀਵਿਜੂਅਲ ਦੀ ਰਿਸਪੌਂਸਿਬਿਲਿਟੀ ਹੈ। ਅਸੀਂ ਦੂਸਰਿਆਂ ਨੂੰ ਨਾ ਕਹੀਏ ਕਿ ਮੈਨੂੰ ਕੋਈ ਧਰਮ ਦੇ ਮਾਰਗ ਤੇ ਲੈ ਕੇ ਜਾਏਗਾ। ਸਿਰਫ ਇਤਨਾ ਹੈ ਕਿ ਉਹ ਆਪਣੀ ਕੋਸ਼ਿਸ਼ ਕਰਨ, ਉਹਨਾਂ ਨੂੰ ਬੜੇ ਰਾਹ ਖੁੱਲਦੇ ਜਾਣਗੇ, ਬਹੁਤ ਕੁਝ ਮਿਲੇਗਾ, ਪਰ ਕੋਸ਼ਿਸ਼ ਉਹਨਾਂ ਦੀ ਆਪਣੀ ਹੋਣੀ ਪਏਗੀ। ਸੋ ਇੰਡੀਵਿਜੂਅਲਸ ਰਿਸਪੌਂਸਿਬਿਲਿਟੀ ਫॉर द ਰਿਲੀਜਨ ਇਜ਼ ਟੂ ਐਸਿਮਿਲੇਟ ਦ ਫੇਥ ਇਨ ਵਿਚ ਵਨ ਇਜ਼ ਬੋਰਨ। ਜਿਹੜਾ ਜਿਸ ਵੀ ਧਰਮ ਦੇ ਵਿੱਚ ਪੈਦਾ ਹੋਇਆ ਐਟਲੀਸਟ ਉਹਨੂੰ ਉਹ ਸਮਝੇ, ਚਾਹੇ ਉਹ ਹਿੰਦੂ ਧਰਮ 'ਚ ਪੈਦਾ ਹੋਇਆ, ਬੌਧ ਧਰਮ 'ਚ ਹੋਇਆ, ਸਿੱਖ ਧਰਮ 'ਚ ਹੋਇਆ, ਇਸਲਾਮ, ਜਿਸ ਵੀ ਧਰਮ 'ਚ ਹੋਇਆ, ਆਪਣੇ ਧਰਮ ਨੂੰ ਪੂਰੀ ਗਹਿਰਾਈ ਦੇ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰੇ। ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਜਿਵੇਂ ਸਾਡਾ ਕਲਚਰ ਹੁੰਦਾ ਅਸੀਂ ਉਹਨੂੰ ਸਮਝਦੇ ਹਾਂ, ਸਾਡੀਆਂ ਫੈਮਿਲੀਜ਼ ਹੁੰਦੀਆਂ, ਫੈਮਿਲੀ ਵੈਲਿਊਜ਼ ਨੂੰ ਸਮਝਦੇ ਹਾਂ। ਉਸੇ ਤਰ੍ਹਾਂ ਸਾਡਾ ਜੋ ਧਰਮ ਹੈ ਅਸੀਂ ਉਹਨੂੰ ਧਰਮ ਨੂੰ ਵੀ ਸਮਝੀਏ, ਜਿਸ ਧਰਮ ਦੇ ਵਿੱਚ ਜੋ ਇਨਸਾਨ ਪੈਦਾ ਹੋਇਆ ਹੈ। ਫਿਰ ਉਹਦੇ ਜਿਹੜੇ ਰਿਲੀਜੀਅਸ ਪ੍ਰਿੰਸੀਪਲਸ ਨੇ ਉਹਨਾਂ ਨੂੰ ਲਾਈਫ ਦੇ ਵਿੱਚ ਅਡਾਪਟ ਕਰੀਏ, ਔਰ ਉਸ ਤੋਂ ਬਾਅਦ ਅਸੀਂ ਉਹਦੇ 'ਚ ਜੋ ਸਪਿਰਿਚੁਅਲ ਐਕਸਪੀਰੀਅੰਸ ਹੈ ਔਰ ਜੋ ਬੈਨੀਫਿਟ ਲੈਣਾ ਉਹ ਵੀ ਲਈਏ। ਸੋ ਇਹ ਹਰ ਇੱਕ ਦੀ ਆਪਣੀ ਜ਼ਿੰਮੇਵਾਰੀ ਹੈ। ਜਦੋਂ ਲੋਕ ਸਿਰਫ ਤੇ ਸਿਰਫ ਇਹਦੇ ਤੇ ਫੋਕਸ ਕਰਨਗੇ ਤਾਂ ਫਿਰ ਜੋ ਬਾਹਰ ਦੀਆਂ ਦੁਕਾਨਦਾਰੀਆਂ ਜਾਂ ਬਾਹਰ ਦੇ ਜੋ ਝਗੜੇ ਆ ਉਹ ਆਪਣੇ ਆਪ ਜਾਂ ਤੇ ਆਹਿਸਤਾ ਆਹਿਸਤਾ ਘਟ ਜਾਣਗੇ, ਖਤਮ ਤੇ ਸ਼ਾਇਦ ਨਹੀਂ ਹੋਣਗੇ ਕਦੀ, ਪਰ ਉਹਨਾਂ ਦੇ ਪ੍ਰਭਾਵ ਜ਼ਰੂਰ ਪਏਗਾ। ਉਹ ਆਪਣੇ ਆਪ ਹੀ ਇੱਕ ਸਟੈਪ ਪਿੱਛੇ ਹੋ ਜਾਣਗੇ ਕਿ ਲੋਕ ਆਪਣੇ ਧਰਮ ਨੂੰ ਸਮਝਦੇ ਆ, ਅਸੀਂ ਇਹਨਾਂ ਨੂੰ ਬੈਟਰ ਹੈ ਕਿ ਲੜਵਾਈਏ ਨਾ। ਸੋ ਇੱਕ ਹਰ ਇੱਕ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਹੀ ਧਰਮ ਦੀ ਗਹਿਰਾਈ ਦੇ ਵਿੱਚ ਪੂਰੀ ਤਰ੍ਹਾਂ ਜਾਏ, ਔਰ ਉਹਦੇ ਤੋਂ ਜਿੰਨਾ ਵੀ ਲਾਹਾ ਲੈਣਾ ਹੈ, ਸਪਿਰਿਚੁਅਲ ਐਕਸਪੀਰੀਐਂਸਿਸ ਲੈਣੇ ਆ, ਪੂਰੀ ਤਰ੍ਹਾਂ ਨਾਲ ਉਹ ਲੈਣ ਦੀ ਕੋਸ਼ਿਸ਼ ਕਰਨ। ਤੇ ਹੁਣ ਇੱਕ ਕੁਐਸਚਨ ਇਹ ਆਏਗਾ ਕਿ ਆਪਣੇ ਧਰਮ ਦੇ ਵਿਚਕਾਰ ਜਾਣਾ ਕਿਸ ਤਰ੍ਹਾਂ ਹੈ। ਸੋ ਫਿਰ ਧਰਮ ਨੂੰ ਸਮਝਣ ਲਈ ਕਿਹੜੇ ਕਦਮਾਂ ਦੀ ਲੋੜ ਹੈ? ਅਗਰ ਸਾਡਾ ਪਹਿਲਾ ਕੁਐਸਚਨ ਹੀ ਇਹ ਸੀ ਕਿ ਆਪਣੇ ਧਰਮ ਨੂੰ ਸਮਝਣ, ਤਾਂ ਫਿਰ ਉਹਦਾ ਕੀ ਸਟੈਪ ਬਾਈ ਸਟੈਪ ਪ੍ਰੋਸੀਜਰ ਹੋ ਸਕਦਾ ਕਿ ਕੋਈ ਕਿ ਅੱਛਾ ਮੈਂ ਧਰਮ ਨੂੰ ਸਮਝਣਾ ਚਾਹੁੰਦਾ, ਚਲੋ ਠੀਕ ਹੈ, ਹੁਣ ਸਾਡਾ ਟਾਈਮ ਹੈ, ਹੁਣ ਸਾਨੂੰ ਕਿਹਾ ਜਾ ਰਿਹਾ ਕਿ ਆਪਣੇ ਧਰਮ ਨੂੰ ਸਮਝੋ, ਤੇ ਧਰਮ ਨੂੰ ਸਮਝਣਾ ਕਿਸ ਤਰ੍ਹਾਂ? ਤੇ ਉਹਦੇ ਲਈ ਵੀ ਜੋ ਸਟੈਪਸ ਹੈ ਉਹ ਸਟੈਪਸ ਕੋਈ ਔਖੇ ਨਹੀਂ ਹੈ। ਸਟੈਪਸ ਟੂ ਅੰਡਰਸਟੈਂਡ ਦਾ ਰਿਲੀਜਨ ਬੇਸਿਕਲੀ, ਪਹਿਲੀ ਚੀਜ਼ ਹੈ ਕਿ ਲਰਨਿੰਗ ਦਾ ਮਿਸ਼ਨ ਆਫ ਲਾਈਫ ਗਿਵਨ ਬਾय ਗੁਰੂ। ਜਿਸ ਦੇ ਜੋ ਧਰਮ ਦੇ ਆਗੂਆਂ ਨੇ ਉਹਨਾਂ ਨੂੰ ਜ਼ਿੰਦਗੀ ਦਾ ਮਿਸ਼ਨ ਦਿੱਤਾ ਹੈ, ਉਸ ਮਿਸ਼ਨ ਨੂੰ ਸਮਝਣ। ਜਿਵੇਂ ਕਿ ਅਸੀਂ ਕਹਿੰਦੇ ਹਾਂ ਸਾਡਾ ਮਿਸ਼ਨ ਹੈ ਕਿ ਸਚਿਆਰਾ ਹੋਈਏ, ਕਿ ਮੈਂ ਸਚਿਆਰ ਕਿਵੇਂ ਹੋ ਜਾਵਾਂ ਜਾਂ ਪਰਮਾਤਮਾ ਕਿਵੇਂ ਹੋ ਜਾਵਾਂ। ਉਸ ਤਰ੍ਹਾਂ ਹਰ ਇੱਕ ਦੇ ਗੁਰੂ ਨੇ, ਹਰ ਇੱਕ ਦੇ ਧਰਮ ਦੇ ਆਗੂ ਨੇ ਉਹਨਾਂ ਲਈ ਕੋਈ ਮਿਸ਼ਨ ਦਿੱਤਾ ਹੋਏਗਾ, ਉਹ ਉਸ ਮਿਸ਼ਨ ਨੂੰ ਸਮਝਣ। ਫਿਰ ਆਈਡੈਂਟੀਫਾਈਂਗ ਦਾ ਪਾਥ ਟੂਵਰਡਸ ਦਾ ਮਿਸ਼ਨ, ਕਿ ਅਗਰ ਮੈਨੂੰ ਉੱਧਰ ਜਾਣਾ ਤੇ ਫਿਰ ਮੇਰਾ ਮਾਰਗ ਕੀ ਹੈ, ਉਸ ਮਾਰਗ ਨੂੰ ਵੀ ਸਮਝਣਾ ਹੈ। ਸੋ ਸੈਕੰਡ ਸਟੈਪ ਹੋਏਗਾ ਮੈਨੂੰ ਮਿਸ਼ਨ ਪਤਾ ਲੱਗ ਗਿਆ, ਇਹਦਾ ਮਤਲਬ ਡਾਇਰੈਕਸ਼ਨ ਪਤਾ ਹੈ। ਹੁਣ ਉਸ ਮਾਰਗ ਦੇ ਵੱਲ ਕਿਸ ਤਰ੍ਹਾਂ ਜਾਣਾ ਹੈ ਅਸੀਂ ਉਹ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਰਸਤਾ ਸਮਝਣ ਤੋਂ ਬਾਅਦ। ਫਿਰ ਉਸ ਰਸਤੇ ਦੇ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਆਪਣੇ ਡੇਲੀ ਲਾਈਫ ਦੇ ਵਿਚਕਾਰ ਲੈ ਕੇ ਆਈਏ। ਉਸ ਤੋਂ ਬਾਅਦ ਅਸੀਂ ਜਿਤਨੇ ਵੀ ਸ਼ੰਕੇ ਹੁੰਦੇ ਹਨ ਉਹ ਵੀ ਸਿੱਖਣ ਲਈ ਤੇ ਹੈ ਕਿ ਗੁਰਬਾਣੀ ਦੇ ਆਧਾਰ ਤੇ, ਬਾਕੀ ਜਿਹੜੇ ਧਰਮ ਹੈ ਆਪਣੇ ਆਪਣੇ ਜੋ ਵੀ ਉਹਨਾਂ ਦੇ ਸਿਸਟਮ ਹੈ ਉਹਦੇ ਹਿਸਾਬ ਨਾਲ ਆਪਣੇ ਆਪਣੇ ਡਾਊਟਸ ਨੂੰ ਕਲੈਰੀਫਾਈ ਕਰਨ। ਇਹ ਨਾ ਹੋਏ ਕਿ ਡਾਊਟਸ ਹੋਣ ਤੇ ਉਹਨਾਂ ਨੂੰ ਦਬਾ ਦਿੱਤਾ ਜਾਏ। ਹਰ ਸਵਾਲ ਦਾ ਸਾਨੂੰ ਜਵਾਬ ਮਿਲਣਾ ਚਾਹੀਦਾ ਔਰ ਮਿਲਦਾ ਵੀ ਹੈ।
ਔਰ ਅਸੀਂ ਕੋਸ਼ਿਸ਼ ਵੀ ਕੀਤੀ ਹੈ ਕਿ ਇਸ ਸੀਰੀਜ਼ ਦੇ ਵਿਚਕਾਰ ਅਸੀਂ ਮੈਕਸਿਮਮ ਜਿਤਨਾ ਮਿਨੀਮਮ ਬੇਸਿਕ ਲੈਵਲ ਕੁਐਸਚਨ ਹੈ ਉਹਨਾਂ ਨੂੰ ਕੋਸ਼ਿਸ਼ ਕਰਕੇ ਤੇ ਡਿਸਕਸ ਕਰੀਏ। ਐਂਡ ਫਾਈਨਲੀ ਲੀਡਿੰਗ ਦ ਲਾਈਫ ਆਫ ਟਰੂਥਫੁਲ ਲਿਵਿੰਗ ਟੁਵਰਡਸ ਦ ਮਿਸ਼ਨ। ਜੋ ਇੱਕ ਪਹਿਲਾਂ ਜੋ ਮਿਸ਼ਨ ਡਿਫਾਈਨਡ ਸੀ, ਹੁਣ ਅਸੀਂ ਉਸ ਮਾਰਗ ਤੇ ਚੱਲ ਪਈਏ ਔਰ ਉਸ ਮਾਰਗ ਤੇ ਚੱਲਦੇ ਹੁਣ ਸਾਡੇ ਡਾਊਟਸ ਵੀ ਕਲੀਅਰ ਹੋ ਚੁੱਕੇ ਹਨ ਔਰ ਸਾਨੂੰ ਇਹ ਚਾਹੀਦਾ ਕਿ ਅਸੀਂ ਧਰਮ ਦੇ ਮਾਰਗ ਤੇ ਨਿਕਲ ਜਾਈਏ। ਸੋ ਇਹ ਇੱਕ ਬੇਸਿਕ ਕੁਝ ਸਟੈਪਸ ਨੇ ਔਰ ਹਰ ਇੱਕ ਨੂੰ ਆਪਣੇ ਆਪਣੇ ਧਰਮ ਦੇ ਵਿਚਕਾਰ ਇਹ ਪਤਾ ਹੋਣਾ ਚਾਹੀਦਾ ਮੈਂ ਜਾ ਕਿੱਧਰ ਰਿਹਾ, ਮੇਰੀ ਲਾਈਫ ਕਿੱਧਰ ਜਾ ਰਹੀ ਹੈ, ਉਸ ਤੇ ਪਹੁੰਚਣ ਦਾ ਮੈਂ ਪਹੁੰਚਣਾ ਕਿੱਥੇ ਚਾਹੁੰਦਾ, ਉਹਦਾ ਮਾਰਗ ਕੀ ਹੈ। ਔਰ ਫਾਈਨਲੀ ਆਪਣੇ ਆਪਣੇ ਰਸਤੇ ਤੇ ਚੱਲ ਕੇ ਜ਼ਰੂਰ ਦੇਖਣ ਕਿ ਉਹਨਾਂ ਨੂੰ ਐਕਸਪੀਰੀਅੰਸ ਕਿੰਨਾ ਮਿਲ ਰਿਹਾ ਔਰ ਫਾਈਨਲੀ ਆਪਣੇ ਮਕਸਦ ਦੇ ਕਿੰਨੀ ਨਜ਼ਦੀਕ ਹਨ। ਸੋ ਇਹ ਤੇ ਇੱਕ ਸਾਈਡ ਸੀ ਸਟੋਰੀ ਜਿੱਥੇ ਅਸੀਂ ਰਿਲੀਜੀਅਨ ਔਰ ਰਿਲੀਜੀਅਸ ਜੋ ਪ੍ਰੋਬਲਮਸ ਚੱਲ ਰਹੀਆਂ ਉਹਦੇ ਨਾਲ ਰਿਲੇਟਡ ਇੱਕ ਕੁਐਸਚਨ ਆਇਆ ਕਿ ਵਾਈ ਰਿਲੀਜੀਅਸ ਰਿਸਟ੍ਰਿਕਸ਼ਨਸ ਟੂ ਅ ਫ੍ਰੀ ਲਿਵਿੰਗ ਇੰਡੀਵਿਜੂਅਲ। ਕੋਈ ਇਨਸਾਨ ਕਹਿੰਦਾ ਮੈਂ ਬਿਲਕੁਲ ਆਜ਼ਾਦ ਹਾਂ, ਮੇਰੇ ਤੇ ਧਰਮ ਦੀਆਂ ਵੀ ਪਾਬੰਦੀਆਂ ਕਿਉਂ ਹੋਣ, ਵਾਈ ਸ਼ੁੱਡ ਆਈ ਹੈਵ ਐਨੀ ਕਾਈਂਡ ਆਫ ਰਿਸਟ੍ਰਿਕਸ਼ਨਸ ਇਨ ਮਾਈ ਲਾਈਫ। ਤੇ ਥੋੜਾ ਜਿਹਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਲਾਈਫ ਦੇ ਵਿੱਚ ਰਿਸਟ੍ਰਿਕਸ਼ਨਸ ਹੈ ਨੇ ਤੇ ਕੀ ਹੈ। ਪਹਿਲੀ ਚੀਜ਼ ਤੇ ਹੈ ਕਿ ਵੀ ਆਰ ਇੰਡੀਪੈਂਡੈਂਟ, ਵੀ ਆਰ ਨਾਟ ਫ੍ਰੀ। ਅਸੀਂ ਬੜੀ ਗਲਤ ਟਰਮੀਨੋਲੋਜੀ ਯੂਜ਼ ਕਰਦੇ ਹਾਂ ਕਿ ਮੈਂ ਆਜ਼ਾਦ ਹਾਂ, ਅਸੀਂ ਆਜ਼ਾਦ ਇਨਸਾਨ ਨੂੰ, ਮੈਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ। ਕੋਈ ਵੀ ਮਨੁੱਖ ਇਸ ਧਰਤੀ ਤੇ ਫ੍ਰੀ ਨਹੀਂ ਹੈ, ਇੰਡੀਪੈਂਡੈਂਟ ਹੋ ਸਕਦਾ। ਸੋ ਜੋ ਬੇਸਿਕਲੀ ਸਾਨੂੰ ਸਮਝਣ ਦੀ ਲੋੜ ਹੈ ਫਰਕ ਕੀ ਹੈ ਇਹਨਾਂ ਵਿਚਕਾਰ। ਜੋ ਇੰਡੀਪੈਂਡੈਂਸ ਹੈ ਉਹ ਫਰੀडम ਪਲੱਸ ਰਿਸਪੌਂਸਿਬਿਲਿਟੀ ਹੈ। ਦੈਟ ਮੀਨਸ ਅਗਰ ਅਸੀਂ ਫ੍ਰੀ ਹਾਂ ਉਹਦੇ ਨਾਲ ਨਾਲ ਅਸੀਂ ਰਿਸਪੌਂਸਿਬਲ ਵੀ ਹਾਂ ਤਾਂ ਅਸੀਂ ਇੰਡੀਪੈਂਡੈਂਟ ਹਾਂ। ਸੋ ਕੱਲੀ ਫਰੀडम ਕੋਈ ਚੀਜ਼ ਨਹੀਂ ਹੁੰਦੀ। ਉਹ ਗੱਲ ਵੱਖਰੀ ਹੈ ਕਿ ਅਗਰ ਅਸੀਂ ਬਹੁਤ ਧਿਆਨ ਨਾਲ ਦੇਖੀਏ ਤੇ ਕਈ ਵਾਰ ਐਸਾ ਲੱਗਦਾ ਹੈ ਕਿ ਜੋ ਲੋਕ ਬਹੁਤ ਪਾਵਰਫੁਲ ਹੋ ਜਾਂਦੇ ਨੇ ਉਹ ਸ਼ਾਇਦ ਸਿਰਫ ਫਰੀडम ਇੰਜੋਏ ਕਰਦੇ ਨੇ, ਰਿਸਪੌਂਸਿਬਿਲਿਟੀ ਬਹੁਤ ਘੱਟ ਲੈਣ ਨੂੰ ਤਿਆਰ ਹੁੰਦੇ ਨੇ। ਉਹ ਫਰੀडम ਤੇ ਹੀ ਉਹਨਾਂ ਦਾ ਜ਼ਿਆਦਾ ਜ਼ੋਰ ਹੁੰਦਾ, ਇਸ ਕਰਕੇ ਸ਼ਾਇਦ ਉਹ ਡੈਫੀਨੇਸ਼ਨਸ ਵੀ ਬਹੁਤ ਖਰਾਬ ਹੋ ਚੁੱਕੀਆਂ। ਸੋ ਜੋ ਇੰਡੀਪੈਂਡੈਂਸ ਹੈ ਦੈਟ ਇਜ਼ ਫਰੀडम ਪਲੱਸ ਰਿਸਪੌਂਸਿਬਿਲਿਟੀ। ਸੋ ਆਪਣੇ ਆਪ 'ਚ ਬਿਲਕੁਲ ਕੋਈ ਇਕੱਲੀ ਚੀਜ਼ ਨਹੀਂ ਹੈ ਕਿ ਅਸੀਂ ਕਹਿ ਦਈਏ ਕਿ ਸਾਨੂੰ ਫਰੀडम ਚਾਹੀਦੀ ਹੈ। ਹੁਣ ਕੁਐਸਚਨ ਇਹ ਆਉਂਦਾ ਕਿ ਅਗਰ ਅਸੀਂ ਸਿਰਫ ਫਰੀडम ਇੰਜੋਏ ਕਰ ਰਹੇ ਹਾਂ, ਵੀ ਸਫਰ ਐਂਡ ਮੇਕ ਅਦਰਸ ਸਫਰ ਇਫ ਵੀ ਇੰਜੋਏ ਫੁੱਲ ਫਰੀडम ਵਿਦਆਊਟ ਰਿਸਪੌਂਸਿਬਿਲਿਟੀ। ਅਸੀਂ ਗਲਤ ਸਾਈਡ ਤੇ ਚਲਾ ਰਹੇ ਹਾਂ ਰੋਡ ਦੀ, ਅਸੀਂ ਸੋਚਦੇ ਹਾਂ ਕਿ ਅਸੀਂ ਫ੍ਰੀ ਹਾਂ, ਅਸੀਂ ਕਿਉਂ ਚਲਾਈਏ, ਜੋ ਰੂਲ ਬਣੇ ਹੈ, ਤਾਂ ਫਿਰ ਉਹਦਾ ਅਲਟੀਮੇਟ ਜੋ ਨਤੀਜਾ ਬਹੁਤ ਖਰਾਬ ਹੁੰਦਾ। ਸੋ ਬੇਸਿਕਲੀ ਦੇਰ ਇਜ਼ ਨਥਿੰਗ ਲਾਈਕ ਫਰੀडम। ਫਰੀडम ਹੈ ਕਿ ਤੁਸੀਂ ਕਾਰ ਤੇ ਜਾਓ, ਸਾਈਕਲ ਤੇ ਜਾਓ, ਸਕੂਟਰ ਤੇ ਜਾਓ, ਪਰ ਜ਼ਿੰਮੇਵਾਰੀ ਵੀ ਹੈ ਕਿ ਤੁਸੀਂ ਚਲਾਓ ਰੂਲਸ ਦੇ ਹਿਸਾਬ ਨਾਲ। ਸੋ ਜੋ ਫਰੀडम ਹੈ ਉਹ ਵੀ ਹੈ, ਪਰ ਫਰੀडम ਦੇ ਨਾਲ ਰਿਸਪੌਂਸਿਬਿਲਿਟੀ ਵੀ ਹੈ। ਅਗਰ ਰਿਸਪੌਂਸਿਬਿਲਿਟੀ ਨਹੀਂ ਹੈ ਤੇ ਅਸੀਂ ਆਪਣੇ ਨੂੰ ਵੀ ਔਰ ਦੂਸਰਿਆਂ ਨੂੰ ਵੀ ਬਹੁਤ ਦੁੱਖ ਪਹੁੰਚਾਉਂਦੇ ਹਾਂ। ਸੋ ਉਹ ਇੱਕ ਐਸਪੈਕਟ ਨੂੰ ਹਮੇਸ਼ਾ ਮਾਈਂਡ 'ਚ ਰੱਖਣਾ ਹੈ ਕਿ ਕੋਈ ਵੀ ਇਨਸਾਨ ਫ੍ਰੀ ਨਹੀਂ ਹੈ, ਐਵਰੀਬਡੀ ਕੈਨ ਬੀ ਇੰਡੀਪੈਂਡੈਂਟ। ਪਰ ਇੱਥੇ ਇੱਕ ਕੁਐਸਚਨ ਇਹ ਆਉਂਦਾ ਕਿ ਜੋ ਕੈਨ ਵੀ ਨੋਟ ਬੀ ਫ੍ਰੀ ਇਨ ਆਵਰ ਪਰਸਨਲ ਲਾਈਫ। ਚਲੋ ਇਹ ਤੇ ਇਸ ਰੋਡ ਤੇ ਗੱਲ ਹੈ ਕਿ ਤੁਸੀਂ ਜ਼ਿੰਮੇਵਾਰੀ ਹੈ ਕਿ ਰੋਡ ਤੇ ਚਲਾ ਰਹੇ ਹੋ, ਉੱਥੇ ਦੂਸਰੇ ਵੀ ਹੈ ਤੇ ਦੂਸਰੇ ਵੀ ਹੈ ਨੇ ਤਾਂ ਤੇ ਲੱਗਦਾ ਵੀ ਚਲੋ ਜ਼ਿੰਮੇਵਾਰੀ ਹੈ। ਬਟ ਸਿਰਫ ਅਗਰ ਮੈਂ ਇਕੱਲੇ ਦੀ ਲਾਈਫ ਨੂੰ ਲਵਾਂ ਤਾਂ ਫਿਰ ਕਿਉਂ ਫਰੀडम ਨਹੀਂ ਹੋਣੀ ਚਾਹੀਦੀ। ਤੇ ਇਹਦਾ ਇੱਕ ਬਹੁਤ ਸਿੰਪਲ ਜਿਹਾ ਤੋਂ ਜੋ ਜਵਾਬ ਹੈ ਕਿ ਫਸਟਲੀ ਇੰਡੀਵਿਜੂਅਲ ਨੀਡ ਟੂ ਬੀ ਮਚ ਮੋਰ ਰਿਸਪੌਂਸਿਬਲ ਟੂਵਰਡਸ ਵਨਸੈਲਫ ਦੈਨ ਟੂਵਰਡਸ ਅਦਰਸ। ਇਟਸ ਨਾਟ ਦੈਟ ਕਿ ਇੱਕ ਇੰਡੀਪੈਂਡੈਂਟ ਮਨੁੱਖ ਦੀ ਆਪਣੀ ਤਰਫ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਆਪਣੀ ਤਰਫ ਬਲਕਿ ਹੋਰ ਵੀ ਜ਼ਿਆਦਾ ਜ਼ਿੰਮੇਵਾਰੀਆਂ ਇਸ ਨਾਲ ਪਹਿਲਾਂ ਕਿ ਉਹਦੀਆਂ ਜ਼ਿੰਮੇਵਾਰੀਆਂ ਦੂਸਰਿਆਂ ਦੀ ਤਰਫ ਹੋਣ। ਸੋ ਕੋਈ ਵੀ ਇਨਸਾਨ ਫ੍ਰੀ ਨਹੀਂ ਹੈ, ਉਹ ਇੰਡੀਪੈਂਡੈਂਟ ਹੋ ਸਕਦਾ ਹੈ। ਉਹਦੀਆਂ ਆਪਣੀ ਤਰਫ ਜ਼ਿਆਦਾ ਜ਼ਿੰਮੇਵਾਰੀਆਂ ਨੇ, ਦੂਸਰਿਆਂ ਦੀ ਤਰਫ ਉਸ ਤੋਂ ਵੀ ਸ਼ਾਇਦ ਥੋੜ੍ਹੀਆਂ ਘੱਟ ਹੋਣ। ਸੋ ਦੇਰ ਇਜ਼ ਨੋਬਡੀ ਹੂ ਸੇਜ਼ ਆਈ ਐਮ ਬੋਰਨ ਫ੍ਰੀ ਐਂਡ ਆਈ ਵਿਲ ਆਲਵੇਜ਼ ਰਿਮੇਨ ਫ੍ਰੀ। ਬਲਕਿ ਆਪਣੀ ਤਰਫ ਤੇ ਹੋਰ ਵੀ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਅਸੀਂ ਆਪਣਾ ਹੀ ਜੀਵਨ ਤੇ ਨਹੀਂ ਕਿਤੇ ਬਰਬਾਦ ਕਰਕੇ ਜਾ ਰਹੇ। ਅਸੀਂ ਕੁਝ ਐਗਜ਼ਾਮਪਲਸ ਦੇ ਤੌਰ ਤੇ ਦੇਖੀਏ ਤੇ ਕਿ ਅਸੀਂ ਕਦੀ ਆਰਗੂ ਨਹੀਂ ਕਰਦੇ ਜਦੋਂ ਕੋਈ ਸਾਇੰਟੀਫਿਕ ਪ੍ਰਿੰਸੀਪਲ ਸਾਨੂੰ ਸਮਝਾਏ ਜਾਂਦੇ ਨੇ। ਅਸੀਂ ਚਾਹੁੰਦੇ ਹਾਂ ਅਸੀਂ ਐਜੂਕੇਟਿਡ ਹੋਈਏ, ਅਸੀਂ ਕੁਆਲੀਫਾਈਡ ਹੋਈਏ, ਅਸੀਂ ਉਹਨਾਂ ਪ੍ਰਿੰਸੀਪਲਸ ਨੂੰ ਧਿਆਨ ਨਾਲ ਸੁਣ ਕੇ ਲਾਈਫ 'ਚ ਅਡੋਪਟ ਕਰਦੇ ਹਾਂ। ਸਾਨੂੰ ਕੋਈ GPS ਮਾਰਗ ਦਿੰਦਾ ਹੈ, ਸਾਨੂੰ ਉਹਦੇ ਤੇ ਕੌਨਫੀਡੈਂਸ ਹੈ ਕਿ ਮਾਰਗ ਵਾਕਈ ਅੱਛਾ ਹੈ, ਫਿਰ ਅਸੀਂ ਆਰਗੂ ਨਹੀਂ ਕਰਦੇ। ਅਸੀਂ ਨਵੀਂ ਟੈਰੀਟਰੀ 'ਚ ਐਂਟਰ ਹੋਣਾ ਤੇ ਅਸੀਂ GPS ਨੂੰ ਫੋਲੋ ਕਰਦੇ ਹਾਂ। ਇਸ ਕਰਕੇ ਫੋਲੋ ਕਰਦੇ ਹਾਂ ਕਿਉਂਕਿ ਸਾਨੂੰ ਉਹਦੇ ਤੇ ਟਰਸਟ ਹੈ, ਕਿਉਂਕਿ ਇਹਨੇ ਸਾਨੂੰ ਹਮੇਸ਼ਾ ਹੀ ਠੀਕ ਮਾਰਗ ਦੱਸਿਆ ਹੈ। ਜੇ ਅਸੀਂ ਠੀਕ ਡੈਸਟੀਨੇਸ਼ਨ ਦੱਸਿਆ ਤੇ ਅਸੀਂ ਉੱਤੇ ਕੋਈ ਬਹਿਸ ਨਹੀਂ ਕਰਦੇ ਕਿ
क्यों करना है, मतलब असी जिस ते ट्रस्ट होए कि सानू मार्ग रस्ता ठीक दिखा रहा उसनू की प्रॉब्लम है। पर फॉलो करन च कोई प्रॉब्लम नहीं होनी चाहिए, पर जदों गुरु साफ सुथरा मार्ग दिंदा है जीवन का अपने मिशन तक पहुँचने लिए, फिर असी हर तरह के क्वेश्चन रेज करते हैं कि ईवन गुरु भी क्यों चाहिए, क्यों मनना। हालांकि ये टॉपिक असी काफ़ी डिटेल च डिस्कस कर चुके हैं। तो इत्थे आके इंसान कहता मैनू फ्री कर दो, और उस तो पहला की जी गल है उत्थे हर चीज़ नूं असी पता है सानू क्वालिफिकेशन लैनी है, डिग्री लैनी है, एजुकेशन लैनी है, जॉब मिलेगी, पर जिथों लाइफ के मिशन की गल आती असी उन्होंने डायल्यूट कर देंगे, असी कहते नहीं नहीं वो कोई ऐसी गल नहीं जी। सो एक तरह की सानू इस जिम्मेवारी नूं थोड़ी डेप्थ में जाके समझना। एक क्वेश्चन है कि दुनिया में सिर्फ एक धर्म नहीं होना चाहिए। अगर इतना साफ सुथरा मार्ग है ही है तो फिर दुनिया धर्म भी तो एक ही होना चाहिए। और इस क्वेश्चन दे विचकार असी काफ़ी कुछ होरां नूं भी इनवॉल्व करके थोड़ा डिटेल में डिस्कशन की भी एक वाजिब जी गल लगती है कि अगर सारे इकट्ठे बैठ के एक जगह ते आ जान और सोचन भी चलो दुनिया च एक धर्म होना चाहिए, उत्थे जो साडी अंडरस्टैंडिंग सी उहदे थोड़ा जिहा सानू क्लैरिटी आई कि दुनिया च एक्चुअल धर्म तो सिर्फ एक ही है। इत्थे गुरु साहिबान ने भी कहा है जपजी साहिब विच मन्ने धर्म सेती संबंध, कि जेड़ा मन लैंदा है उस मार्ग नूं और उस परमात्मा दे हुक्म विच आ जांदा है, उहदा धर्म दे नाल संबंध जुड़ जांदा है। वो किहड़े धर्म की गल कर रहे हैं कि वो सिख धर्म की गल कर रहे हैं। जपजी साहिब तो पूरा यूनीवर्सल है। असी कहते हैं कि हर धर्म, हर इंसान, हर मनुख के लिए गुरु नानक साहब का जो संदेश है पूरे ग्लोबल एंड यूनीवर्सल इन नेचर है। तो मन्ने धर्म सेती संबंध तो पता लगता है कि गुरु साहब कहते हैं जो उसके हुक्म विच आ गया वो धर्म के राह पे आ चुका, धर्म नाल जुड़ चुका है। इसका मतलब किथे ना किथे किसी इको ही धर्म है जिहदी गल हो रही है। और असी जदों धर्मां दे विचकार जिहड़े डिफरेंट प्रिंसीपल्स हैं असी उन्हां नूं समझण दी कोशिश कीती ते एक कॉमन थ्रैड सानू मिलिया जो हर धर्म दे विचकार सानू पाया। असी देखिया हर धर्म दे विचकार है वो की है कि एक सिमरन और सेवा, कि परमात्मा नाल जुड़ना है और सेवा करनी है, ये हर एक धर्म ने किया है। सो वेरिएशन इन एम्फेसिस ऑन दीज एस्पेक्ट्स विद डिफरेंट सोशल एंड कल्चरल बैकग्राउंड, ये फैक्ट है कि सब ने किया। और जो सिख धर्म ने किया वो इस दो चीज़ों ते ही रुक गए, इस दो तो उत्ते नहीं गुरु साहिबान ने कुछ किया। चाहे उसनूं नाम जपो किरत करो वंड छको हो, किरत करो वंड छको सेवा ही है, या नाम जपो है। गुरु साहिबान ने अपने इस प्रिंसीपल्स नूं दो ते ही रोकिया। अगर असी बाकी धर्मां नूं देखिया, थोड़ा स्टडी की और डिस्कशन किया, पता लग्या कि उन्हां दे विचकार जो सेवा है, कई धर्मां ने कहा सेवा तुसी सिर्फ अपने धर्म के लोगों की करनी है, ऐसे भी धर्म है नहीं। उन्होंने दूसरे धर्मां नूं धर्म ही नहीं मनिया। ईवन मतलब बहुत अगे दियां गल्लां ने, डिटेल च जाना ठीक नहीं है। कुछ धर्मां ने इन्हां दोनों चीज़ों तो इलावा बहुत ज़्यादा कर्म कांड से जोर दिता कि तुसी सेवा तो मुक्त हो सकते हो, नाम जपण तो भी मुक्त हो सकते हो जे तुसी कर्म कांड वाल चले जाओ। सो इस तरह के भी सानू रैफरेंसिस, ऑथेंटिक रैफरेंसिस मिले धर्मां दे। कुछ धर्मां ने सिमरन सेवा तो इलावा धर्म नूं फैलाण दे उत्ते बड़ा जोर दिता। तीसरी जो उन्होंने रिक्वायरमेंट रखी कि तुसी अपने धर्म नूं फैलाओगे और जितना भी फैलाओगे उतना ही तुहानूं पुण्य मिलेगा। वो चाहे ये भी किया कि जिस तरह मर्जी फैलाओ। सो इस तरह के सानू रैफरेंसिस भी मिले। पर जो सानू सिख धर्म ते मिलिया वो सिर्फ सिमरन और सेवा सी, और सारी मनुखता की सेवा सी। Entire humanity is covered in that seva and which is also visible on many occasions. So धर्म एक्चुअल च ते एक ही है। वो धर्म है हर को नाम जप निर्मल करम, सर्व धर्म में श्रेष्ठ धर्म हर को नाम जप निर्मल करम। वही को धर्म है जो सर्वश्रेष्ठ भी है, वो सेवा करो और सिमरन करो। और ये सारिਆਂ ਦੇ ਵਿੱਚ है, एक कॉमन थ्रेड सब ਵਿੱਚ है। पर कित्थे उन्होंने बंदिशां लगाई कि तुसी सेवा किदी कर सकते हो किदी नहीं। कईयां दे विच कास्ट बेसिस सेवा भी है
ਕਿ ਨੀਵੀਆਂ ਕਾਸਟ ਵਾਲੇ ਵੱਡੀ ਕਾਸਟ ਵਾਲਿਆਂ ਦੀ ਸੇਵਾ ਕਰਨਗੇ ਤੇ ਉਹ ਪੁੰਨ ਕਮਾਣਗੇ। ਇਸ ਤਰ੍ਹਾਂ ਦੀ ਸੇਵਾ ਵੀ ਲਿਖੀ ਹੈ, ਪਰ ਸੇਵਾ ਦਾ ਜ਼ਿਕਰ ਜ਼ਰੂਰ ਆਇਆ। ਉਹ ਹਿਊਮੈਨਿਟੀ ਲਈ ਆਇਆ ਜਾਂ ਨਹੀਂ ਆਇਆ, ਬਟ ਧਰਮਾਂ ਦਾ ਉਹ ਵੈਦਰ ਸੱਚਾ ਸਰੂਪ ਸੀ ਜਾਂ ਡਿਸਟੋਰਟਡ, ਅਸੀਂ ਇਹ ਵੀ ਨਹੀਂ ਜਾਣਦੇ। ਪਰ ਜੋ ਸਾਨੂੰ ਮਿਲਿਆ ਮਾਰਗ ਦੇ ਵਿਚਕਾਰ ਸਿਮਰਨ ਔਰ ਸੇਵਾ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਕਹੀ ਗਈ ਕਿ ਤੁਸੀਂ ਹੋਰ ਕੀ ਕਰਨਾ। ਸੋ ਧਰਮ ਇੱਕ ਹੀ ਹੈ, ਤੇ ਉਸ ਤੋਂ ਇਲਾਵਾ ਜੋ ਹੈ ਜੋ ਵੇਰੀਏਸ਼ਨਸ ਆਈਆਂ ਨੇ ਉਹ ਅਲੱਗ-ਅਲੱਗ ਹੋ ਸਕਦੀਆਂ ਨੇ। ਹਰ ਇੱਕ ਧਰਮ ਨੇ ਆਪਣੇ ਆਪਣੇ ਹਿਸਾਬ ਨਾਲ ਕੁਝ ਹੋਰ ਚੀਜ਼ਾਂ ਐਡ ਕੀਤੀਆਂ। ਤੇ ਫਾਈਨਲੀ ਦੇਰ ਇਜ਼ ਵਨ ਰਿਲੀਜਨ ਆਫ ਵਿਚ ਇਜ਼ ਕਾਲਡ ਸੈਲਫ ਰਿਅਲਾਈਜੇਸ਼ਨ। ਉਸ ਟਰਮ ਨੂੰ ਲੋਕਾਂ ਨੇ ਸੈਲਫ ਰਿਅਲਾਈਜੇਸ਼ਨ ਵੀ ਯੂਜ਼ ਕੀਤਾ ਕਿ ਆਤਮ ਗਿਆਨ ਪ੍ਰਾਪਤ ਕਰਨਾ, ਜਾਂ ਕਈਆਂ ਨੇ ਪਰਮਾਤਮਾ ਨਾ ਕਹਿ ਕੇ ਆਤਮਾ ਹੀ ਕਿਹਾ ਹੈ। ਸੋ ਉਸ ਤਰ੍ਹਾਂ ਦੀਆਂ ਵੇਰੀਏਸ਼ਨਸ ਜ਼ਰੂਰ ਨੇ, ਪਰ ਧਰਮ ਐਕਚੁਅਲ 'ਚ ਇੱਕ ਹੈ ਕਿ ਅਸੀਂ ਆਪਣੇ ਆਪ ਨੂੰ ਰਿਅਲਾਈਜ਼ ਕਰਨਾ ਕਿ ਅਸੀਂ ਹਾਂ ਕੌਣ, who we are in origin. So there are multiple paths and institutions or communities. So ਜੋ ਮਲਟੀਪਲ ਪਾਥਸ ਨੇ ਉਹ ਉਹਨਾਂ ਨੂੰ ਅਸੀਂ ਇੰਸਟੀਟਿਊਸ਼ਨਸ ਵੀ ਕਹਿ ਸਕਦੇ ਹਾਂ ਜਾਂ ਕਮਿਊਨਿਟੀਜ਼ ਵੀ ਕਹਿ ਸਕਦੇ ਹਾਂ। ਪਰ ਧਰਮ ਦੀ ਅਗਰ ਡੈਫੀਨੇਸ਼ਨ ਹੈ ਉਹ ਹਰ ਕੋ ਨਾਮ ਜਪ ਨਿਰਮਲ ਕਰਮ ਹੀ ਹੈ, ਔਰ ਇੱਕ ਹੀ ਧਰਮ ਹੈ ਜਿੱਥੇ ਸਾਰੇ ਆ ਕੇ ਮਿਲ ਜਾਂਦੇ ਨੇ, ਜਿੱਥੇ ਕਿਤੇ ਨਾ ਕਿਤੇ ਸਾਰਿਆਂ ਦੇ ਵਿੱਚ ਕਾਮਨ ਥ੍ਰੈਡ ਹੈ। ਸੋ ਇੱਕ ਸਾਨੂੰ ਇੱਕ ਬਹੁਤ ਬੇਸਿਕ ਲੈਵਲ ਦੀ ਅੰਡਰਸਟੈਂਡਿੰਗ ਹੈ। ਇਸ 'ਤੇ ਬਹੁਤ ਵੱਡਾ ਸਬਜੈਕਟ ਹੈ, ਅਸੀਂ ਫਰਦਰ ਕਦੀ ਲੋੜ ਹੋਈ ਤੇ ਬਹੁਤ ਡਿਟੇਲ 'ਚ ਵੀ ਜਾ ਸਕਦੇ ਹਾਂ। ਪਰ ਇਹ ਜੋ ਮਾਰਗ ਹੈ ਸਾਫ ਸੁਥਰਾ ਮਾਰਗ ਹੈ, ਉਹਦੇ 'ਚ ਦੋ ਚੀਜ਼ਾਂ ਦੇ ਐਸਪੈਕਟ ਜ਼ਰੂਰ ਹੈ। ਸੈਲਫ ਰਿਅਲਾਈਜੇਸ਼ਨ ਲਈ ਜੋ ਜ਼ਰੂਰੀ ਹੈ ਉਹ ਹਰ ਕੋ ਨਾਮ ਜਪ ਨਿਰਮਲ ਕਰਮ ਹੈ, ਔਰ ਸਾਰੇ ਧਰਮਾਂ 'ਚ ਹੈ। ਉਸ ਤੋਂ ਇਲਾਵਾ ਜਿਤਨੇ ਨੇ ਸਭ ਪਾਥ ਹੈ, ਉਹ ਮਜ਼ਹਬ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹ ਧਰਮ ਨਹੀਂ ਨੇ, ਉਹ ਪੰਥ ਨੇ ਇੱਕ ਤਰ੍ਹਾਂ ਦੇ। ਔਰ ਇਸ ਤੋਂ ਬਾਅਦ ਹੁਣ ਗੱਲ ਸਵਾਲ ਹੈ, ਆਪਣੇ ਆਪ ਜੁੜਦੇ ਜਾਣਗੇ ਕੁਝ ਸਵਾਲ ਕਿ ਕਿਆ ਸਿੱਖ ਧਰਮ ਇੱਕ ਸੰਸਥਾ ਹੈ? ਇਸ ਸਿੱਖ ਰਿਲੀਜਨ ਐਂਡ ਇੰਸਟੀਟਿਊਸ਼ਨ, ਅਗਰ ਅਸੀਂ ਗੱਲ ਕਰ ਰਹੇ ਹਾਂ ਕਿ ਸਾਰੇ ਧਰਮ ਜਿਹੜੇ ਨੇ ਉਹਨਾਂ ਦਾ ਉਹਨੂੰ ਪੰਥ ਜਾਂ ਇੰਸਟੀਟਿਊਸ਼ਨ ਹੀ ਕਹਿਣਾ ਚਾਹੀਦਾ, ਧਰਮ ਵਰਡ ਇੱਕੋ ਹੀ ਹੈ। ਤੇ ਸਭ ਤੋਂ ਪਹਿਲੇ ਤੇ ਅਸੀਂ ਇਹ ਸਮਝਾਂਗੇ ਕਿ ਵਟ ਇਜ਼ ਇੰਸਟੀਟਿਊਸ਼ਨਲਾਈਜੇਸ਼ਨ। Institutionalization is when society derives benefits of certain practices and principles, and they are required to go through the process of institutionalization. ਜਦੋਂ ਬਹੁਤ ਸੋਸਾਇਟੀ ਨੂੰ ਲੱਗਦਾ ਫਾਇਦਾ, ਸਭ ਉਸ ਗੱਲ ਨੂੰ ਮੰਨਦੇ ਆ, ਸਭ ਕਹਿੰਦੇ ਹਾਂਜੀ ਬਿਲਕੁਲ ਠੀਕ ਹੈ। ਇੱਕ ਸੋਸਾਇਟੀ ਦੇ ਵਿਚਕਾਰ ਜਾਗਰੂਕਤਾ ਹੁੰਦੀ ਹੈ, ਕੁਝ ਪ੍ਰਿੰਸੀਪਲਸ ਹੈ, ਕੁਝ ਪ੍ਰੈਕਟਿਸਿਸ ਹੈ, ਤੇ ਫਿਰ ਉਹਨੂੰ ਉਸ ਲੈਵਲ ਤੇ ਉਠਾਉਣਾ ਪੈਂਦਾ ਕਿ ਇਹ ਇੱਕ ਤਰ੍ਹਾਂ ਦੀ ਪਰਮਾਨੈਂਟ ਪ੍ਰੈਕਟਿਸ ਬਣ ਜਾਏ। ਔਰ ਪਰਮਾਨੈਂਟ ਪ੍ਰੈਕਟਿਸ ਹੋਣ ਜਿਹਦੇ 'ਚ ਰੂਲਸ ਰੈਗੂਲੇਸ਼ਨਸ ਹੋਣ ਤਾਂ ਕਿ ਸਮਝ ਸਕਣ ਔਰ ਫੋਲੋ ਕਰ ਸਕਣ। ਤੇ ਉਹ ਫਿਰ ਜੋ ਇੰਸਟੀਟਿਊਸ਼ਨ ਸਾਹਮਣੇ ਆਉਂਦੀਆਂ ਉਹ ਬਹੁਤ ਇੰਪੋਰਟੈਂਟ ਹੁੰਦੀਆਂ ਸੋਸਾਇਟੀ ਦੇ ਲਈ। ਅਸੀਂ ਰਿਲੀਜਨ ਦੀ ਸਿਰਫ ਗੱਲ ਨਹੀਂ ਕਰ ਰਹੇ, ਈਵਨ ਮੈਰਿਜ ਇਜ਼ ਐਨ ਇੰਸਟੀਟਿਊਸ਼ਨ। ਕਿ ਬਹੁਤ ਸੋਚ ਵਿਚਾਰ ਤੋਂ ਬਾਅਦ ਸਭ ਨੇ ਇਹੀ ਸੋਚਿਆ ਕਿ ਇੱਕ ਮੇਲ ਔਰ ਇੱਕ ਫੀਮੇਲ ਦੇ ਵਿੱਚ ਜੋ ਮੈਰਿਜ ਹੈ ਉਹ ਬੜੀ ਉਹਦੀ ਇੰਪੋਰਟੈਂਸ ਹੈ। ਅਗਰ ਉਹ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋਣ ਔਰ ਇੱਕ ਪਰਿਵਾਰ ਡਿਕਲੇਅਰ ਕਰਨ, ਆਪਣੇ ਨੂੰ ਫੈਮਿਲੀ ਡਿਕਲੇਅਰ ਕਰਨ, ਔਰ ਫਿਰ ਫੈਮਿਲੀ ਦੀਆਂ ਅੱਗੇ ਜਿਸ ਤਰ੍ਹਾਂ ਦੇਖ ਰੇਖ ਕਰਨੀ ਹੈ ਕਰਨ। ਅਗਰ ਉਹ ਫੈਮਿਲੀ ਕਨਸੈਪਟ ਨਹੀਂ ਹੋਏਗਾ ਤੇ ਸੋਸਾਇਟੀ ਬਹੁਤ ਖਿੰਡਰ ਜਾਏਗੀ, ਬਹੁਤ ਝਗੜੇ, ਬਹੁਤ ਪ੍ਰੋਬਲਮਸ ਹੋਣਗੀਆਂ। ਸੋ one of the institution is institution of marriage, institution of justice system ਕਿ ਜੋ ਵੀ ਸਾਨੂੰ ਕਿਸੇ ਦੁਨੀਆ ਜੋ ਨਿਆਂ ਚਾਹੀਦਾ ਉਹਦੇ ਲਈ ਕੋਈ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਜਾ ਕੇ ਨਿਆਂ ਲੈ ਸਕੀਏ। ਉਸ ਦੇ ਲਈ ਫਿਰ ਬਹੁਤ ਸਾਰੇ ਰੂਲਸ ਰੈਗੂਲੇਸ਼ਨਸ ਬਣੇ, ਬੜੇ ਸਾਰੇ ਲਾਅ ਲਿਖੇ ਗਏ। ਔਰ ਅਸੀਂ ਜਾਣਦੇ ਹਾਂ ਅੱਜ ਲਾਅ ਨੂੰ ਲੈ ਕੇ ਇੱਕ ਝਗੜਾ ਵੀ ਹੋ ਰਿਹਾ, ਜਸਟਿਸ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ, ਇੱਕ ਬੜੀ ਵੱਡਾ ਸਵਾਲ ਬਣਿਆ ਹੋਇਆ ਜਿੱਥੇ ਬਾਰਡਰ ਤੇ ਸਾਡੇ ਕਿਸਾਨ ਬੈਠੇ हैं। और इसी तरह ही है पार्टिसिपेटिव गवर्नेंस, इवन डेमोक्रेसी इज एन इंस्टीट्यूशन कि कोई एक बंदा या एक ही परिवार राज करे ਉਹਦੇ ਨਾਲ ਚੰਗਾ ਕਿ ਲੋਕ ਆਪਣੇ ਆਪ ਤੈਅ ਕਰਨ ਕਿ ਕੌਣ ਰਾਜ ਕਰੇਗਾ, ਕੌਣ ਕਾबिल ਹੈ, ਕੌਣ ਸੀਟ ਤੇ ਬਿਠਾਇਆ ਜਾਏ ਜੋ ਸਭ ਨੂੰ ਨਾਲ ਲੈ ਕੇ ਚੱਲ ਸਕੇ, ਸਭ ਦਾ ਧਿਆਨ ਰੱਖ ਸਕੇ। ਸੋ ਥੀਸ ਆਰ ਆਲ ਇੰਸਟੀਟਿਊਸ਼ਨਸ। ਇसी तरह ਹੀ ਧਰਮ ਵੀ ਇੱਕ ਤਰ੍ਹਾਂ ਦੀ ਇੰਸਟੀਟਿਊਸ਼ਨ ਹੀ ਹੈ। ਸੋ ਸਿੱਖਿਜ਼ਮ ਵਾਸ ਕਨਸੈਪਚੁਅਲਾਈਜ਼ਡ ਐਂਡ ਇੰਸਟੀਟਿਊਸ਼ਨਲਾਈਜ਼ਡ ਬਾय ਗੁਰੂ ਹਿਮਸੈਲਫ। जो सिखिज्म ਦੀ इंस्टीट्यूशन है इनू गुरु साहब ने आप ही कॉन्सेप्ट बनाया और इसी कॉन्सेप्ट ਨੂੰ ਕੰਪਲੀਟ ਵੀ ਕਰਕੇ इंस्टीट्यूशन ਨੂੰ खड़ा करता। सो इस तो बाद जो अगला सवाल आंदा है वो है कि what characteristics make सिख रिलीजन एंड इंस्टीट्यूशन। वो ਕਿਹੜੀਆਂ ਖੂਬੀਆਂ ਨੇ ਜਿਹਦੇ ਕਰਕੇ ਕਿ ਸਿੱਖ ਰਿਲੀਜਨ ਜੋ ਹੈ ਇੱਕ ਇੰਸਟੀਟਿਊਸ਼ਨ ਬਣਿਆ।
ਤੇ ਇੱਕ ਤੇ ਹੈ ਕਿ ਅਸੀਂ ਸਟੈਪ ਬਾਈ ਸਟੈਪ ਦੇਖਾਂਗੇ ਇਹਨੂੰ ਕਿਸ ਤਰ੍ਹਾਂ ਇੰਸਟੀਟਿਊਸ਼ਨਲਾਈਜੇਸ਼ਨ ਦਾ ਪ੍ਰੋਸੈਸ ਪੂਰਾ ਹੋਇਆ। ਫਸਟ ਨਾਨਕ ਪ੍ਰੀਪੇਅਰਡ ਦਾ ਬਲੂਪ੍ਰਿੰਟ ਆਫ ਦਾ ਇੰਸਟੀਟਿਊਟ। ਪਹਿਲੇ ਜੋ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਹੀ ਪੂਰੇ ਦਾ ਪੂਰਾ ਸਿੱਖ ਸਰੂਪ ਕੀ ਹੋਏਗਾ ਉਹਦਾ ਇੱਕ ਬਲੂਪ੍ਰਿੰਟ ਤਿਆਰ ਕੀਤਾ, ਔਰ ਸਾਨੂੰ ਗੁਰਬਾਣੀ ਦੇ ਵਿੱਚ ਸਾਰੇ ਰੈਫਰੈਂਸਿਸ ਮਿਲ ਜਾਂਦੇ ਆ ਕਿ ਉਹਨਾਂ ਦੀ ਵਿਚਾਰਧਾਰਾ ਕੀ ਸੀ। ਉਹ ਪੂਰੀ ਤਰ੍ਹਾਂ ਗਹਿਰੀ ਤਰ੍ਹਾਂ ਵਿਚਾਰਧਾਰਾ ਸਮਝੋ ਤਾਂ ਸੰਤ ਸਿਪਾਹੀ ਵਾਲੀ ਵਿਚਾਰਧਾਰਾ ਗੁਰੂ ਸਾਹਿਬਾਨ ਨੇ ਰੱਖੀ। ਹੀ ਆਲਸੋ ਪ੍ਰੋਵਾਈਡਡ ਮਿਸ਼ਨ ਸਟੇਟਮੈਂਟ। ਉਹਨਾਂ ਨੇ ਮਿਸ਼ਨ ਸਟੇਟਮੈਂਟ ਵੀ ਦੱਸਤੀ ਜੋ ਹਰ ਇੰਸਟੀਟਿਊਟ ਦੀ ਹੋਣੀ ਚਾਹੀਦੀ ਹੈ। ਅਸੀਂ ਕੋਈ ਵੀ ਚਾਹੇ ਲਾਅ ਆਪਣਾ ਕੌਨਸਟੀਟਿਊਸ਼ਨ ਵੀ ਖੋਲੀਏ ਤੇ ਸਭ ਨਾਲ ਉੱਤੇ ਸਟੇਟਮੈਂਟ ਆਉਂਦੀ ਹੈ, ਉਹ ਬੜੀ ਇੰਪੋਰਟੈਂਟ ਹੁੰਦੀ ਹੈ। ਉਸੇ ਤਰ੍ਹਾਂ ਉਹਨਾਂ ਨੇ ਮਿਸ਼ਨ ਸਟੇਟਮੈਂਟ ਰੱਖੀ, ਆਊਟਲਾਈਨ ਦਾ ਪਾਥ ਆਫ ਟਰੂਥਫੁਲ ਲਿਵਿੰਗ, ਉਹ ਮਾਰਗ ਦੱਸਿਆ। ਤੋਂ ਇਲਾਵਾ ਉਹਨਾਂ ਨੇ ਜਿਤਨੀਆਂ ਵੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਇੱਕ ਸਿੱਖ ਦੇ ਅੰਦਰ ਉਹ ਵੀ ਡਿਫਾਈਨ ਕੀਤੀਆਂ। ਜਿਹੜੇ 6ਵੇਂ ਨਾਨਕ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਤੇ ਬਲੂਪ੍ਰਿੰਟ ਬਣਾਇਆ ਸੀ, ਉਹਦਾ ਇੱਕ ਪਾਰਟ ਜੋ ਚੱਲਦਾ ਰਿਹਾ ਆਹਿਸਤਾ ਆਹਿਸਤਾ ਕੰਪਲੀਟ ਹੋਇਆ। ਜੋ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਹੈ ਉਹਦਾ ਫਾਊਂਡੇਸ਼ਨ ਰੱਖੀ ਸੋਲਜਰ ਕਨਸੈਪਟ ਦੀ, ਕਿ ਜੋ ਸੋਲਜਰ ਹੁਣ ਕਮਿਊਨਿਟੀ ਤਿਆਰ ਹੋ ਚੁੱਕੀ ਹੈ, ਕਮਿਊਨਿਟੀ ਇਸ ਚੀਜ਼ ਨੂੰ ਐਕਸੈਪਟ ਕਰ ਸਕਦੀ ਹੈ ਉਹਦੀ ਕੀ ਲੋੜ ਹੈ, ਔਰ ਸੋਲਜਰ ਦਾ ਜੋ ਕਨਸੈਪਟ ਹੈ ਉਹਨਾਂ ਨੇ ਫਰਦਰ ਉਹਨੂੰ ਉਹਦੀ ਫਾਊਂਡੇਸ਼ਨ ਰੱਖਤੀ। ਉਹਦੀ ਬਲੂਪ੍ਰਿੰਟ ਗੁਰੂ ਨਾਨਕ ਸਾਹਿਬ ਦਾ ਹੀ ਤਿਆਰ ਕੀਤਾ ਸੀ ਜੋ ਬਾਣੀ 'ਚ ਸਾਨੂੰ ਮਿਲਦਾ। ਔਰ 10ਵੇਂ ਜੋ ਨਾਨਕ ਹੈ ਉਹਨਾਂ ਨੇ ਸੈਂਡ ਸੋਲਜਰ ਕਨਸੈਪਟ ਨੂੰ ਇੱਕ ਫਾਈਨਲ ਸ਼ੇਪ ਦੇ ਕੇ ਸਾਨੂੰ ਅਸੀਂ ਜਿਵੇਂ ਜਾਣਦੇ ਹਾਂ ਅੰਮ੍ਰਿਤ ਛਕਾ ਕੇ ਉਸ ਨੂੰ ਸੰਪੂਰਨ ਕੀਤਾ। ਸੋ ਇਹ ਜਿਹੜਾ ਇੱਕ ਇੰਸਟੀਟਿਊਸ਼ਨਲਾਈਜੇਸ਼ਨ ਹੈ ਉਹ ਸਟੈਪ ਬਾਈ ਸਟੈਪ ਚੱਲਿਆ, ਔਰ ਉਹਦੇ ਵਿਚਕਾਰ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ 3 ਮੇਨ ਸਾਡੇ ਮਾਈਲਸਟੋਨਸ ਆਏ हैं। ਹੁਣ ਅਸੀਂ ਅਗਰ ਦੇਖੀਏ ਤੇ ਸੰਤ ਸਿਪਾਹੀ ਜੋ ਹੈ ਉਹ ਇੱਕ ਤਰ੍ਹਾਂ ਦੀ ਟੈਗਲਾਈਨ ਹੈ ਖਾਲਸਾ ਇੰਸਟੀਟਿਊਟ ਦੀ, ਜਿਹਨੂੰ ਅਸੀਂ ਖਾਲਸਾ ਕੌਣ ਹੁੰਦਾ ਹੈ, ਖਾਲਸਾ ਹੈ ਉਹ ਹੈ ਜੋ ਸੰਤ ਵੀ ਹੁੰਦਾ ਹੈ, ਖਾਲਸਾ ਉਹ ਹੈ ਜੋ ਸਿਪਾਹੀ ਵੀ ਹੁੰਦਾ ਹੈ। ਸੋ ਇਹ ਸਾਨੂੰ ਇੱਕ ਜੋ ਕਨਸੈਪਟ ਮਿਲਿਆ ਹੈ ਉਹ ਤੁਸੀਂ ਕਿਤੇ ਹੋਰ ਵੀ ਧਰਮਾਂ ਨੂੰ ਦੇਖਾਂਗੇ ਉਹਨਾਂ ਦੇ ਵਿਚਕਾਰ ਵੀ ਇੱਕ ਕਨਸੈਪਟ ਹੈ, ਪਰ ਉਹ ਕਨਸੈਪਟ ਉਹਨਾਂ ਨੇ ਡਿਸਟਿੰਕਸ਼ਨ ਰੱਖੀ ਹੈ ਕਿ ਸਿਪਾਹੀ ਕੌਣ ਲੋਕ ਹੋਣਗੇ ਔਰ ਸੰਤ ਕੌਣ ਲੋਕ ਹੋਣਗੇ, ਐਸਾ ਵੀ ਹੈ। ਉਹਨਾਂ ਨੇ ਹਰ ਇੱਕ ਨੂੰ ਉਹ ਨਹੀਂ ਕਿਹਾ, ਜਿਵੇਂ ਕਿ ਅਸੀਂ ਹਿੰਦੂਇਜ਼ਮ ਵਿੱਚ ਵੀ ਦੇਖਦੇ ਹਾਂ ਤੇ ਜਿਵੇਂ ਖੱਤਰੀ ਹੈ ਉਹਨਾਂ ਨੂੰ ਸਿਪਾਹੀ ਦੇ ਤੌਰ ਤੇ ਦੇਖਿਆ ਗਿਆ, ਪਰ ਪੂਰੀ ਕਮਿਊਨਿਟੀ ਨੂੰ ਉਹ ਨਹੀਂ ਕਿਹਾ ਗਿਆ। ਪੂਰੀ ਕਮਿਊਨਿਟੀ ਦੇ ਵਿਚਕਾਰ ਡਿਵੀਜ਼ਨ ਸੀ, ਜਿਹਦੇ ਵਿਚਕਾਰ ਸੰਤ ਔਰ ਸਿਪਾਹੀ ਨੂੰ, ਸੰਤ ਵਾਲਾ ਉਹਨਾਂ ਨੇ ਬ੍ਰਾਹਮਣਾ ਕੋਲ ਰੱਖਿਆ, ਸਿਪਾਹੀ ਵਾਲਾ क्षत्रिय को रखा, और जो बाकी सारे काम सी ਉਹ ਨਾ ਸੰਤ ਔਰ ਸਿਪਾਹੀ ਵਾਲੇ ਬਾਕੀ 2 ਸ਼੍ਰੇਣੀਆਂ 'ਚ ਵੀ ਵੰਡੇ ਗਏ। ਇਸ ਤਰ੍ਹਾਂ ਹੋਰ ਧਰਮਾਂ ਦੇ ਵਿੱਚ ਵੀ ਸਾਨੂੰ ਰੈਫਰੈਂਸਿਸ ਮਿਲਦੇ ਹਨ। ਤੇ ਫਿਰ ਸਵਾਲ ਇਹ ਆਇਆ ਕਿ ਹੈਜ਼ ਗੁਰੂ ਨਾਨਕ ਸਪੋਰਟਡ ਕਨਸੈਪਟ ਆਫ ਸੋਲਜਰ, ਔਰ ਅਸੀਂ ਜਿਵੇਂ ਕਿ ਕਿਹਾ ਕਿ ਬਲੂਪ੍ਰਿੰਟ ਦੇ ਵਿੱਚ ਹੀ ਸਾਨੂੰ ਗੁਰੂ ਨਾਨਕ ਸਾਹਿਬ ਦਾ ਤਿਆਰ ਕੀਤਾ ਹੋਇਆ ਬਲੂਪ੍ਰਿੰਟ ਹੈ। ਤੇ ਗੁਰੂ ਨਾਨਕ ਸਾਹਿਬ ਨੇ ਤੇ ਪਹਿਲੀ ਸ਼ਰਤ ਹੀ ਰੱਖੀ ਸੀ कि जो तो प्रेम खिलन का चाओ सिर धर तली गली मेरी आओ, इतमारक पैर तरी जय सिर दी जय कांड न कीजे। मतलब कि उतना कोई इंसान जुझारू होए कि इस मार्ग ते चलदे हैं अगर अपना जीवन भी देना पै जाए तो पिठ दिखा के नहीं जाना। सो ये जो है प्री कंडीशन गुरु नानक साहब की अपनी दिती हुई है, 1412 अंग उत्ते बड़ी स्पष्ट तौर पर लिखा है। और इत्थे तक ही सिर्फ नहीं रुकिया, अगर असी थोड़ा हिस्टोरिकल आस्पैक्ट नाल देखिए गुरु नानक साहब दा, एक आर्टिस्ट ने बाबर दी इमेज बनाई, उन्हें बाबर दी इमेज बनाई है कि बाबर किस तरह अपनियां फौजां लैके हिंदुस्तान ते हमला करदा, और जो हिंदुस्तान ते हमला करदा उहदा जो रूप दिखाया कि कतलेआम दोनों हत्थां नाल जिवें वो करदा चला जा रहा, क्योंकि उन्हें अपना राज एस्टैबलिश करना है। और ये वो वक्त सी जदों इन्हां नूं मारन कट्टण विचकार कोई भी किसी किस्म की झिझक नहीं सी, जो सामने आया अगर थोड़ी भी अपोजिशन है उन्होंने खत्म कर दो। और ऐसे समय के अंदर गुरु नानक साहब कह रहे ने पाप की जंज लै काबलों धाया जोरी मंगै दान वे लालो। और लालो जी ने जो डिस्कस कर रहे हैं तो कह रहे हैं कि वो पाप की जंज लैके आया और जोरी दान मंग रहा है। दान भी वो बेसिकली पूरी लैंड नूं दान मंग रहा है। पूरा का पूरा शब्द बहुत गहरे विचार हैं। तो गुरु नानक साहब ने ही सोल्जर का कॉन्सैप्ट है, जिथे वो चैलेंज कर रहे हैं बाबर नूं। गुरु नानक साहब नूं अरेस्ट कर लिया गया, जेल च पा दिता गया। असीं सब जानते हैं, पूरी साखियां असीं सुनिया हुई हैं, तो असीं ये जानते हैं कि गुरु नानक साहब खुद एक सोल्जर सन।
ਔਰ ਉਹਨਾਂ ਨੇ ਹੀ ਇਹਦੀ ਨੀਂਹ ਰੱਖ ਦਿੱਤੀ ਸੀ। ਬਾਕੀ ਜੋ ਫਾਰਮਲੀ ਨੀਂਹ ਰੱਖੀ ਗਈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ, ਔਰ ਕੰਮ ਜਿਹੜਾ ਕੰਪਲੀਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਇਹ ਛੋਟੇ ਛੋਟੇ ਕਨਸੈਪਟ ਨੇ ਜਿਹੜੇ ਸਾਨੂੰ ਪਤਾ ਹੋਣ, ਹਰ ਇੱਕ ਸਿੱਖ ਨੂੰ ਪਤਾ ਹੋਣ ਤੇ ਕਲੈਰਿਟੀ ਰਹਿੰਦੀ ਹੈ ਵੀ ਕਿਸ ਟਾਈਮ ਕੀ ਹੋਇਆ, ਉਹਦੀ ਬਾਅਦ 'ਚ ਕਿਉਂ ਕੀਤਾ ਗਿਆ, ਸ਼ੁਰੂ ਤੋਂ ਕਿਉਂ ਨਹੀਂ ਕੀਤਾ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ, ਜੇ ਸੁਸਾਇਟੀ ਤਿਆਰ ਨਹੀਂ ਸੀ ਇਸ ਗੱਲ ਨੂੰ ਮੰਨਣ ਲਈ ਕਿ ਸ਼ੁਰੂ ਤੋਂ ਹੀ ਤੁਸੀਂ ਕਹੋ ਵੀ ਤੁਸੀਂ ਸਿਪਾਹੀ ਬਣਨਾ ਹੈ, ਤੁਸੀਂ ਅੱਗੇ ਚੱਲ ਕੇ ਲੜਾਈਆਂ ਲੜਨੀਆਂ, ਤਾਂ ਪਹਿਲਾਂ ਇਨਸਾਨ ਨੂੰ ਕੁਝ ਪ੍ਰਿੰਸੀਪਲਸ ਦਿੱਤੇ ਜਾਂਦੇ ਆ, ਕੁਝ ਉਹਨਾਂ ਤੇ ਚੱਲ ਕੇ ਦਿਖਾਇਆ ਜਾਂਦਾ, ਉਹਨਾਂ ਨੂੰ ਪ੍ਰਿੰਸੀਪਲਸ ਨੂੰ ਸਮਝਾਇਆ ਜਾਂਦਾ ਸੁਸਾਇਟੀ ਨੂੰ, ਫਿਰ ਸੁਸਾਇਟੀ 'ਚ ਇੱਕ ਜਜ਼ਬਾ ਕ੍ਰੀਏਟ ਹੁੰਦਾ। ਉਹ ਜਜ਼ਬਾ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਨਾਲ ਵੀ ਬਹੁਤ ਵੱਡੇ ਤਰੀਕੇ ਨਾਲ ਕ੍ਰੀਏਟ ਹੋਇਆ ਕਿ ਜਦੋਂ ਲੋਕਾਂ ਦਾ ਖੂਨ ਖੋਲਿਆ ਕਿ ਨਹੀਂ ਅਸੀਂ ਹੁਣ ਅਤਿਆਚਾਰ ਨਹੀਂ ਸਵਾਂਗੇ। ਸੋ ਉਹ ਇੱਕ ਬੜਾ ਵੈਲ ਥਾਟ ਪ੍ਰੋਸੈਸ ਜਿਹਾ ਲੱਗਦਾ ਜਿਹਦੇ ਵਿਚਕਾਰ ਕਿ ਕਿਸ ਟਾਈਮ ਤੇ ਕਿਹੜੀ ਚੀਜ਼ ਨੂੰ ਇੰਟਰੋਡਿਊਸ ਕਰਨਾ ਹੈ, ਉਹ ਸਟੈਪ ਬਾਈ ਸਟੈਪ ਹੁੰਦਾ ਚਲਾ ਗਿਆ। ਤੇ ਹੁਣ ਇਹ ਹੈ ਕਿ ਹਾਊ ਡੂ ਵੀ ਸਿੱਖ ornamental ਲਿੰਕ ਟੂ ਦਾ ਸਿੱਖ ਇੰਸਟੀਟਿਊਸ਼ਨ। ਹੁਣ ਜੋ ਅਸੀਂ ਸਿੱਖ ਦਾ ਸਰੂਪ ਹੈ ਉਹਨੂੰ ਅਸੀਂ ਸਿੱਖ ਇੰਸਟੀਟਿਊਟ ਦੇ ਨਾਲ ਜੋੜ ਕੇ ਕਿਵੇਂ ਦੇਖਦੇ ਹਾਂ, ਉਹ ਸਾਡੇ ਲਈ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਜਿੱਥੇ ਅਸੀਂ ਸਰੂਪ ਦੀ ਹੁਣ ਗੱਲ ਕਰ ਰਹੇ ਹਾਂ। ਔਰ ਇਹਦੀ ਗਹਿਰਾਈ ਸਾਨੂੰ ਅੱਜ ਦੇ ਮਾਡਰਨ ਕਨਸੈਪਟ ਦੇ ਵਿਚਕਾਰ ਸਮਝਣਾ ਜ਼ਿਆਦਾ ਆਸਾਨ ਲੱਗਦਾ। ਗੁਰੂ ਸਾਹਿਬ ਦੇ ਇਹ ਕਨਸੈਪਟ ਜਿਹੜੇ ਨੇ 500 ਸਾਲ ਪਹਿਲਾਂ ਦਿੱਤੇ ਔਰ ਕਈਆਂ ਨੇ ਉਸ ਤੋਂ ਪਹਿਲੇ ਲਿਮਿਟਿਡ ਵੇਜ ਦਿੱਤੇ, ਅਸੀਂ ਉਹਦੇ ਬਾਰੇ ਹੁਣ ਡਿਸਕਸ ਕਰਨਾ ਚਾਹਾਂਗੇ। ਬ੍ਰਾਂਡਿੰਗ ਇਜ਼ ਬੇਸਿਕਲੀ ਰਿਕੋਗਨੀਸ਼ਨ ਆਫ ਐਨ ਇੰਸਟੀਟਿਊਸ਼ਨ। ਅਸੀਂ ਕੁਝ ਵੀ ਬ੍ਰਾਂਡ ਕਰਦੇ ਹਾਂ ਜਾਂ ਚਾਹੇ ਉਹ ਪ੍ਰੋਡਕਟ ਐਂਡ ਸਰਵਿਸ ਵੀ ਹੈ। ਸੋ ਸਾਨੂੰ ਪਹਿਲਾਂ ਤੇ ਅਸੀਂ ਬ੍ਰਾਂਡਿੰਗ ਦੀ ਧਾਰਨਾ ਨੂੰ ਸਮਝੀਏ। ਵਟ ਇਜ਼ ਕਨਸੈਪਟ ਆਫ ਬ੍ਰਾਂਡਿੰਗ। ਜਿਹੜੇ ਅੱਜ ਮਾਰਕੀਟਿੰਗ ਪੜ੍ਹਦੇ ਆ ਉਹਨਾਂ ਕੋਲ ਪੂਰਾ ਇੱਕ ਐਗਜ਼ਾਮ ਹੀ ਬ੍ਰਾਂਡਿੰਗ ਤੇ ਹੁੰਦਾ, ਪੂਰੀ ਦੀ ਪੂਰੀ ਕਿਤਾਬਾਂ ਬ੍ਰਾਂਡਿੰਗ ਉੱਤੇ ਹੈ ਕਿ ਬ੍ਰਾਂਡਿੰਗ ਕੀ ਕਨਸੈਪਟ ਹੈ, ਉਹਨੂੰ ਕੀ ਕੁਝ ਅਚੀਵ ਕਰਨਾ ਹੈ, ਕਿਸ ਤਰ੍ਹਾਂ ਚੀਜ਼ਾਂ ਨੂੰ ਇੰਸਟੀਟਿਊਸ਼ਨਲਾਈਜੇਸ਼ਨ ਦੇ ਲੈਵਲ ਤੇ ਲੈ ਕੇ ਜਾਣਾ। ਤੇ ਅਸੀਂ ਕੁਝ ਐਗਜ਼ਾਮਪਲ ਦੇਖੀਏ, ਕੁਝ ਤੇ ਸਾਡੇ ਕੋਲ ਪ੍ਰੋਡਕਟਸ ਹੈ, ਕੁਝ ਸਰਵਿਸਿਜ਼ ਹੈ। ਬ੍ਰਾਂਡਿੰਗ ਸਿਰਫ ਪ੍ਰੋਡਕਟਸ ਦੀ ਨਹੀਂ ਹੁੰਦੀ, ਸਰਵਿਸਿਜ਼ ਦੀ ਵੀ ਬ੍ਰਾਂਡਿੰਗ ਹੁੰਦੀ ਹੈ, ਉਹ ਅਸੀਂ ਸਭ ਜਾਣਦੇ ਹਾਂ ਔਰ ਕੁਝ ਐਗਜ਼ਾਮਪਲਸ ਤੋਂ ਕਲੀਅਰ ਵੀ ਹੋ ਜਾਏਗਾ। ਜਿਵੇਂ ਕਿ ਪ੍ਰੋਡਕਟ ਬ੍ਰਾਂਡਿੰਗ ਹੈ, ਅਸੀਂ ਪੈਪਸੀ ਹੈ, ਕੋਲਡ ਡਰਿੰਕ ਹੈ, ਉਹਦਾ ਬ੍ਰਾਂਡ ਹੈ, ਅਸੀਂ ਦੂਰੋਂ ਦੀ ਬੋਟਲ ਪਈ ਹੁੰਦੀ ਹੈ, ਲੋਕ ਕਹਿੰਦੇ ਹਾਂਜੀ ਪੈਪਸੀ ਦਿਓ ਜਰਾ ਇੱਕ। ਜਾਂ ਫਿਰ ਸਪੋਰਟਸ ਸ਼ੂਜ਼ ਹੈ, ਰੀਬੌਕ ਹੈ, ਇੱਕ ਪ੍ਰੋਡਕਟ ਬ੍ਰਾਂਡ ਹੈ। ब्यूटी प्रोडक्ट्स है, नीविया एक ब्रांड है। वाचेस ने तो कोई बहुत वड्डी रेंज है। ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਹਜ਼ਾਰਾਂ ਤਰ੍ਹਾਂ ਦੇ ਪ੍ਰੋਡਕਟਸ ਹੈ ਜਿਨ੍ਹਾਂ ਦੀ ਬ੍ਰਾਂਡਿੰਗ ਹੋਈ ਹੈ, ਜਾਂ ਲੱਖਾਂ ਤਰ੍ਹਾਂ ਦੇ ਪ੍ਰੋਡਕਟਸ ਹੈ ਜਿਨ੍ਹਾਂ ਦੀ ਬ੍ਰਾਂਡਿੰਗ ਹੋਈ ਹੈ। ਔਰ ਉਹ ਬ੍ਰਾਂਡਿੰਗ ਦੀ ਕਿਉਂ ਇੰਪੋਰਟੈਂਸ ਹੈ ਅਸੀਂ ਉਹ ਵੀ ਸਮਝਾਂਗੇ। ਇਸੇ ਤਰ੍ਹਾਂ ਸਰਵਿਸ ਦੀ ਵੀ ਬ੍ਰਾਂਡਿੰਗ ਹੁੰਦੀ ਹੈ, ਲਾਈਕ ਸਿੰਗਾਪੁਰ 에ਅਰਲਾਈਨਸ ਹੈ। ਤੇ ਡਰੈਸ ਨਾਲ ਸਮਝ ਆਉਂਦਾ ਹੈ ਕਿ ਇਹ ਲੋਕ ਸਾਰੇ ਸਰਵਿਸ ਪ੍ਰੋਵਾਈਡਰ ਨੇ ਔਰ ਇੱਕ ਪਾਰਟਿਕੂਲਰ 에ਅਰਲਾਈਨ ਦੇ EMPLOYEES ਹੈ। ਜਾਂ ਫਿਰ ਆਰਮਡ ਫੋਰਸਿਸ ਹੈ, ਜਿਵੇਂ ਸਿੱਖ ਰੈਜੀਮੈਂਟ ਜਾ ਰਹੀ ਹੈ। ਬਾਕੀ ਰੈਜੀਮੈਂਟਸ ਨੂੰ ਸ਼ਾਇਦ ਦੱਸਣਾ ਪੈਂਦਾ ਕਿ ਇਹ ਕਿਹੜੀ ਰੈਜੀਮੈਂਟ ਦੇ ਹੈ, ਪਰ ਜਦੋਂ ਸਿੱਖ ਰੈਜੀਮੈਂਟ ਚੱਲ ਰਹੀ ਹੁੰਦੀ ਸਭ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਕਿ ਇਹ ਸਿੱਖ ਰੈਜੀਮੈਂਟ ਹੈ। ਉਸ ਟਾਈਮ ਕੋਈ ਯਾਦ ਨਹੀਂ ਕਰਾਉਂਦਾ, ਦੇਖੋ ਨਾ ਦਸੀਏ ਕਿਹੜੀ ਰੈਜੀਮੈਂਟ ਹੈ। ਸਿੱਖ ਰੈਜੀਮੈਂਟ ਦੀ ਇੱਕ ਆਪਣੀ ਅਲੱਗ ਵਿਲੱਖਣ ਪਹਿਚਾਣ ਹੈ। ਸੋ ਇਹ ਜਿਤਨੀ ਵੀ ਬ੍ਰਾਂਡਿੰਗ ਹੁੰਦੀ ਹੈ ਉਹਦੇ ਪਿੱਛੇ ਇੱਕ ਪਰਪਸ ਹੁੰਦਾ। ਉਹ ਬ੍ਰਾਂਡਿੰਗ ਅਸੀਂ ਕਿਉਂ ਕਰਦੇ ਹਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ। ਇੱਕ ਤੇ ਹੈ ਕਿ ਬ੍ਰਾਂਡ ਹੈਜ਼ ਇਟਸ ਕੁਆਲਿਟੀ। ਬ੍ਰਾਂਡ ਤਾਂ ਹੀ ਕਿਸੇ ਚੀਜ਼ ਨੂੰ ਬ੍ਰਾਂਡਡ ਕੀਤਾ ਜਾਂਦਾ ਜਦੋਂ ਉਹਦੀ ਇੱਕ ਕੁਆਲਿਟੀ ਅਚੀਵ ਹੋ ਜਾਂਦੀ ਹੈ। ਅਗਰ ਕਿਸੇ ਚੀਜ਼ ਦੀ ਕੁਆਲਿਟੀ ਅਚੀਵ ਨਾ ਹੋਏ ਤਾਂ ਉਹਨੂੰ ਬ੍ਰਾਂਡਿੰਗ ਨਹੀਂ ਅਸੀਂ ਕਰ ਸਕਦੇ, ਉਹ ਇੱਕ ਤਰ੍ਹਾਂ ਦਾ ਬਦਨਾਮ ਹੋ ਜਾਏਗਾ। ਅਗਰ ਅਸੀਂ ਬ੍ਰਾਂਡਿੰਗ ਇੱਕ ਖਰਾਬ ਕੁਆਲਿਟੀ ਦੀ ਚੀਜ਼ ਨੂੰ ਕੋਈ ਨਾਂ ਦੇ ਦਿਆਂਗੇ ਤੇ ਬਲਕਿ ਉਹਨੂੰ ਕੋਈ ਵੀ ਲਾਈਕ ਨਹੀਂ ਕਰੇਗਾ। ਤਾਂ ਜਿਹੜੀਆਂ ਚੀਜ਼ਾਂ ਦੀ ਕੁਆਲਿਟੀ ਹੁੰਦੀ ਹੈ ਉਹਨਾਂ ਨੂੰ ਬ੍ਰਾਂਡ ਕੀਤਾ ਜਾਂਦਾ ਹੈ। ਕੁਆਲਿਟੀ ਇਜ਼ ਟਰਸਟਡ, ਉਸ ਕੁਆਲਿਟੀ ਨੂੰ ਲੋਕ ਟਰਸਟ ਕਰਦੇ ਨੇ। ਐਂਡ ਫਾਈਨਲੀ ਦੇ ਪ੍ਰਾਈਡ ਇਜ਼ ਐਸੋਸੀਏਟਿਡ ਵਿਦ ਪੋਜੈਸ਼ਨ। ਜਦੋਂ ਉਹਨਾਂ ਦੇ ਕੋਲ ਹੁੰਦੀ ਹੈ ਉਹ ਪ੍ਰਾਈਡ ਫੀਲ ਕਰਦੇ ਨੇ। ਮੇਰੇ ਕੋਲ ਤੇ ਜੀ ਰੋਲੈਕਸ ਦੀ ਘੜੀ ਜਾਂ ਮੇਰੇ ਕੋਲ ਆਡੀ ਦੀ ਕਾਰ ਹੈ, ਤੇ ਲੋਕ ਦੱਸਣਾ ਚਾਹੁੰਦੇ ਨੇ ਦੂਸਰਿਆਂ ਨੂੰ। ਸੋ ਪ੍ਰੋਡਕਟ ਦੀ ਕੁਆਲਿਟੀ ਇਸ ਲੈਵਲ ਤੇ ਉਠਾ ਦਿੱਤੀ ਗਈ ਜਿੱਥੇ ਲੋਕਾਂ ਕੋਲ ਉਹ ਹੋਏ ਤੇ ਉਹ ਉਹਦੇ ਵਿਚਕਾਰ ਆਪਣਾ ਪ੍ਰਾਈਡ ਮਹਿਸੂਸ ਕਰਨ ਕਿ ਮੇਰੇ ਕੋਲ ਤੇ ਇਹ ਪ੍ਰੋਡਕਟ ਹੈ ਜਾਂ ਮੈਂ ਇਸ ਕੰਪਨੀ ਨਾਲ ਐਸੋਸੀਏਟਿਡ ਹਾਂ। ਉਹ ਆਪਣੇ ਆਪ ਨੂੰ, ਕੰਪਨੀਆਂ ਵੀ ਜਿਹੜੀਆਂ ਨੇ ਉਹ ਵੀ ਉਹਨਾਂ ਦਾ ਵੀ ਸਿੰਬਲ ਹੁੰਦਾ ਹੈ, ਉਹਦੇ ਨਾਲ ਅਟੈਚ ਕਰਦੇ ਨੇ ਲੋਕ ਤੇ ਆਪਣੇ ਆਪ ਨੂੰ ਬੜਾ ਪ੍ਰਾਈਡ ਫੀਲ ਕਰਦੇ ਨੇ। ਹੁਣ ਇਸ ਤੋਂ ਅਗੇਂਸਟ ਅਸੀਂ ਅਗਰ ਦੇਖੀਏ ਕਿ ਇੱਕ ਅਨਬ੍ਰਾਂਡਡ ਹੈ ਪ੍ਰੋਡਕਟ, ਇੰਪੋਰਟੈਂਟ ਪ੍ਰੋਡਕਟਸ ਹੋਣ ਜਿਹੜੇ,
मतलब ਉਹਦੀ ਇੱਕ ਇੰਪੋਰਟੈਂਸ ਵੀ ਹੋਣੀ ਚਾਹੀਦੀ ਹੈ। ਇੱਕ ਬਾਜ਼ਾਰੋਂ ਸੈੱਲਫੋਨ ਲੈਣ ਜਾਓ, ਚਾਰੋਂ ਪਾਸੇ ਘੁਮਾ ਕੇ ਦੇਖ ਲਓ, ਕਿਸੇ ਕੰਪਨੀ ਦਾ ਨਾਂ ਨਹੀਂ ਲਿਖਿਆ ਹੋਇਆ ਤੇ ਕੋਈ ਉਹਨੂੰ ਖਰੀਦੇਗਾ ਨਾ ਹੀ। ਦੁਕਾਨਦਾਰ ਕਹਿ ਰਹੇ ਜੀ ਸਾਨੂੰ ਨਹੀਂ ਪਤਾ ਕਿਹੜੀ ਕੰਪਨੀ ਦੀ ਹੈ, ਤੁਸੀਂ ਲੈ ਜਾਓ, ਗਾਰੰਟੀ ਦਾ ਕੁਝ ਨਹੀਂ ਪਤਾ ਸਾਨੂੰ, ਬਟ ਪ੍ਰੋਡਕਟ ਵਿਕ ਰਿਹਾ। ਸੋ ਵਿਲ ਦੇਅਰ ਬੀ ਬਾਇਰਸ? ਸੋ ਇੱਕ ਅਨਬ੍ਰਾਂਡਡ ਪ੍ਰੋਡਕਟ ਨੂੰ ਤੇ ਕੋਈ ਪੁੱਛਣ ਵਾਲਾ ਹੀ ਨਹੀਂ ਹੁੰਦਾ। ਸੋ ਜੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਮਤਲਬ ਅਸੀਂ ਬ੍ਰਾਂਡ ਬਣ ਗਏ ਹਾਂ। ਗੁਰੂ ਸਾਹਿਬਾਨ ਕਹਿ ਰਹੇ ਅਸੀਂ ਬ੍ਰਾਂਡਡ ਹੋ ਚੁੱਕੇ ਹਾਂ ਔਰ ਸਾਨੂੰ ਇਹਨਾਂ ਦੀ ਕਿਰਪਾ ਹੋਈ ਹੈ ਕਿ ਉਹ ਕੁਆਲਿਟੀਜ਼ ਨੇ ਜਿੱਥੇ ਅਸੀਂ ਆ ਕੇ ਬ੍ਰਾਂਡਡ ਆਪਣੇ ਆਪ ਨੂੰ ਕਹਾਉਣ ਲੱਗੇ। ਹੁਣ ਇੱਕ ਕੁਐਸਚਨ ਆਇਆ ਕਿ ਹਾਊ ਟੂ ਕੰਬਾਈਨ ਕੁਆਲਿਟੀਜ਼ ਵਿਦ ਬ੍ਰਾਂਡ ਆਈਡੈਂਟੀਟੀ, ਕਿ ਇਹ ਦੋਨਾਂ ਨੂੰ ਕੰਬਾਈਨ ਕਰਕੇ ਹੀ ਹਮੇਸ਼ਾ ਕਿਉਂ ਦੇਖਿਆ ਗਿਆ? ਜਦੋਂ ਵੀ ਬ੍ਰਾਂਡ ਦੀ ਗੱਲ ਆਏਗੀ ਉਹਦੀ ਕੁਆਲਿਟੀ ਨੂੰ ਕੰਬਾਈਨ ਕੀਤਾ ਜਾਏਗਾ। ਸੋ ਅਸੀਂ ਦੇਖਦੇ ਹਾਂ ਕਿ ਬ੍ਰਾਂਡਿੰਗ ਦੇ ਫੇਲਿਅਰ ਕਿੱਥੇ ਹੁੰਦੇ ਨੇ। ਬ੍ਰਾਂਡਿੰਗ ਦੇ ਫੇਲਿਅਰ ਦੇ ਦੋ ਫੇਲਿਅਰ ਹੈ। ਇੱਕ ਤੇ ਬ੍ਰਾਂਡ ਕੀ, ਉਹ ਤਾਂ ਬ੍ਰਾਂਡ ਹੈ ਹੀ ਨਹੀਂ, ਉਹਦਾ ਨਾਂ ਨਹੀਂ ਹੈ। ਬੜੀ ਸੋਹਣੀ ਬਾਜ਼ਾਰੋਂ ਘੜੀ ਮਿਲ ਰਹੀ ਹੈ ਪਰ ਉਹਦੇ ਤੇ ਨਾਂ ਕੁਛ ਨਹੀਂ ਲਿਖਿਆ। ਉਹ ਆਪਣੇ ਆਪ ਬਣਾਉਣ ਵਾਲਾ ਜਿਹੜਾ ਉਹ ਫੇਲ ਹੋ ਜਾਂਦਾ ਅਗਰ ਉਹਨੂੰ ਬ੍ਰਾਂਡ ਨੂੰ ਨਾਂ ਨਹੀਂ ਦੇ ਪਾਇਆ, ਉਹਦੀ ਪਹਿਚਾਣ ਨਹੀਂ ਦੇ ਪਾਇਆ ਉਹਨੂੰ, ਤਾਂ ਕਿ ਕੋਈ ਆ ਕੇ ਕਹਿ ਸਕੇ ਮੈਨੂੰ ਇਹ ਚੀਜ਼ ਚਾਹੀਦੀ ਹੈ। ਤੇ ਬਣਾਉਣ ਵਾਲੇ ਦੀ ਹੀ ਮਿਸਟੇਕ ਹੈ। ਬਣਾਉਣ ਵਾਲੇ ਨੂੰ ਇਹ ਕਹਿ ਦਿੱਤਾ ਕਿ ਅਗਰ ਮੈਂ ਇਹਦਾ ਨਾਂ ਨਹੀਂ ਰੱਖਣਾ ਚਾਹੁੰਦਾ ਤੇ ਉਹ ਫੇਲਿਅਰ ਹੈ ਇੱਕ ਤਰ੍ਹਾਂ ਦਾ। ਉਹਨੇ ਪ੍ਰੋਡਕਟ ਤੇ ਫੇਲ ਕਰ ਦਿੱਤਾ। ਦੂਸਰਾ ਹੈ ਕਿ ਉਹਨੇ ਨਾਂ ਤੇ ਰੱਖ ਦਿੱਤਾ ਪਰ ਉਹਨੂੰ ਕੁਆਲਿਟੀ ਨਹੀਂ ਦਿੱਤੀ ਤੇ ਕੁਆਲਿਟੀ ਤੇ ਫੇਲ ਹੋ ਗਿਆ ਤੇ ਉੱਤੇ ਨਾਂ ਲਿਖਿਆ ਤੇ ਲੋਕ ਕਹਿਣਗੇ ਇਹਦੇ ਕੋਲ ਤੇ ਕਦੀ ਨਾ ਜਾਣਾ ਬਈ, ਇਹਦੀ ਤਾਂ ਕੁਆਲਿਟੀ ਖਰਾਬ ਹੈ। ਤੇ ਇੱਥੇ ਨਾਂ ਦੇ ਦਿੱਤਾ ਪਰ ਕੁਆਲਿਟੀ ਨਹੀਂ ਦਿੱਤੀ। ਸੋ ਬ੍ਰਾਂਡਿੰਗ ਦੇ ਵਿਚਕਾਰ ਜੋ ਚੀਜ਼ਾਂ ਜ਼ਰੂਰੀ ਹੈ, ਇੱਕ ਨਾਂ ਹੋਣਾ ਜ਼ਰੂਰੀ ਹੈ ਔਰ ਉਸ ਨਾਂ ਦੇ ਨਾਲ ਜੁੜੀ ਹੋਈ ਕੁਆਲਿਟੀ ਜ਼ਰੂਰੀ ਹੈ। ਔਰ ਫਿਰ ਬ੍ਰਾਂਡ ਦੀ ਜੋ ਅਸੀਂ ਇੱਕ ਤਰ੍ਹਾਂ ਦਾ ਮਾਸਕਟ, ਸਿਗਨੀਆ ਜਾਂ ਜੋ ਵੀ ਲੋਗੋ ਕਹਿੰਦੇ ਆ, ਉਹ ਵੀ ਇੱਕ ਤਰ੍ਹਾਂ ਦੀ ਪਛਾਣ ਹੋ ਜਾਂਦੀ ਹੈ। ਸੋ ਇੱਕ ਬ੍ਰਾਂਡਿੰਗ ਦਾ ਕਨਸੈਪਟ ਹੈ ਜਿਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਸਾਨੂੰ ਸਮਝਣਾ ਹੈ। ਔਰ ਇਹ ਬ੍ਰਾਂਡਿੰਗ ਜਿਹੜੀ ਹੈ ਇਹਦੇ ਬਾਰੇ ਅਜੇ ਥੋੜਾ ਹੋਰ ਸਾਡੇ ਵਿਚਾਰ ਚੱਲੇਗੀ ਕਿ ਇਸ ਬ੍ਰਾਂਡਿੰਗ ਇਹ ਨਿਊ ਕਨਸੈਪਟ ਇਨ ਰਿਲੀਜਨਸ, ਕਿ ਅਗਰ ਸਿੱਖ ਧਰਮ ਨੇ ਆਪਣੇ ਆਪ ਨੂੰ ਬ੍ਰਾਂਡਡ ਕੀਤਾ ਹੈ, ਇਹ ਕਹਿ ਕੇ ਕਿ ਸੰਤ ਸਿਪਾਹੀ ਹੈ, ਕਿ ਇਹ ਕੋਈ ਨਵੀਂ ਧਾਰਨਾ ਹੈ। ਸੱਚ ਪੁੱਛੋ ਤੇ ਰਿਲੀਜਨ ਦੇ ਵਿੱਚ ਬ੍ਰਾਂਡਿੰਗ ਨਵੀਂ ਧਾਰਨਾ ਨਹੀਂ ਹੈ, ਬਟ ਕੀ ਕੁਝ ਨਵਾਂ ਅਸੀਂ ਉਹ ਵੀ ਡਿਸਕਸ ਕਰਾਂਗੇ। ਸੋ ਰਿਲੀਜੀਅਸ ਪਲੇਸਿਸ ਦੀ ਸ਼ੁਰੂ ਤੋਂ ਹੀ ਬ੍ਰਾਂਡਿੰਗ ਹੁੰਦੀ ਆਈ ਹੈ। ਜਿਵੇਂ ਕਿ ਚਰਚ ਹੈ, ਅਸੀਂ ਦੂਰੋਂ ਦੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ ਚਰਚ ਹੈ ਜਾਂ ਇਹ ਮਸਜਿਦ ਹੈ ਜਾਂ ਇਹ ਮੰਦਿਰ ਹੈ ਜਾਂ ਇਹ ਗੁਰਦੁਆਰਾ ਹੈ, ਜੇ ਅਸੀਂ ਦੂਰੋਂ ਦੀ ਦੇਖ ਕੇ ਕਹਿ ਸਕਦੇ ਹਾਂ ਇਹ ਆਪਣੇ ਆਪ 'ਚ ਇੱਕ ਬ੍ਰਾਂਡਿੰਗ ਹੈ। ਜੋ ਇਹਨਾਂ ਨੂੰ ਸ਼ੇਪ ਦਿੱਤੀ ਜਾਂਦੀ ਹੈ, ਜੋ ਆਕਾਰ ਹੁੰਦਾ ਹੈ, ਉੱਥੇ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ। ਜਿਵੇਂ ਗੁਰਦੁਆਰਾ ਨਿਸ਼ਾਨ ਸਾਹਿਬ ਹੈ ਤੇ ਇਨਸਾਨ ਇੱਕਦਮ ਸਮਝ ਜਾਂਦਾ ਕਿ ਪਹਿਲੀ ਰਿਕੁਆਇਰਮੈਂਟ ਗੁਰਦੁਆਰੇ ਦੇ ਬਾਹਰ ਨਿਸ਼ਾਨ ਸਾਹਿਬ ਹੋਏਗਾ। ਨਿਸ਼ਾਨ ਦਾ ਮਤਲਬ ਇਹ ਨਿਸ਼ਾਨੀ ਹੈ ਕਿ ਇਹ ਗੁਰਦੁਆਰਾ ਹੈ ਔਰ ਇਹ ਦੂਰੋਂ ਦਿਖਣਾ ਵੀ ਚਾਹੀਦਾ ਤਾਂ ਕਿ ਕਿਸੇ ਨੂੰ ਲੋੜ ਪਏ ਤੇ ਡਿਸਟੈਂਸ ਤੋਂ ਨਿਸ਼ਾਨ ਸਾਹਿਬ ਦਿਖਾਈ ਦੇ ਜਾਣ ਤੇ ਉਸ ਡਾਇਰੈਕਸ਼ਨ 'ਚ ਬੰਦਾ ਚੱਲ ਪਏ। ਸੋ ਇਸ ਤਰ੍ਹਾਂ ਹਰ ਇੱਕ ਦੇ ਆਪਣੀ ਇੱਕ ਤੇ ਰਿਲੀਜੀਅਸ ਪਲੇਸਿਸ ਦੀ ਬ੍ਰਾਂਡਿੰਗ ਹੈ। ਫਿਰ ਅਸੀਂ ਅੱਗੇ ਚੱਲ ਕੇ ਦੇਖਦੇ ਹਾਂ ਕਿ ਜਿਹੜੇ ਰਿਲੀਜੀਅਸ ਹੈਡਸ ਹੈ ਉਹਨਾਂ ਦੀ ਵੀ ਬ੍ਰਾਂਡਿੰਗ ਹੈ। ਲਾਈਕ ਜੋ ਫਾਦਰ ਹੈ, ਜੋ ਪੰਡਿਤ ਹੈ, ਜੋ ਮੌਲਵੀ ਹੈ, ਇਹਨਾਂ ਨੂੰ ਬਹੁਤਾ ਅਸੀਂ ਦੇਖ ਕੇ ਹੀ ਕਹਿ ਸਕਦੇ ਹਾਂ ਕਿ ਇਹ ਰਿਲੀਜੀਅਸ ਹੈਡਸ ਨੇ। ਇੱਥੇ ਆ ਕੇ ਅਸੀਂ ਗੁਰਦੁਆਰੇ ਦੇ ਭਾਈ ਸਾਹਿਬ ਨੂੰ ਨਹੀਂ ਕਹਿ ਸਕਦੇ ਕਿਉਂਕਿ ਸਾਡਾ ਬ੍ਰਾਂਡਿੰਗ ਕਨਸੈਪਟ ਥੋੜਾ ਅਲੱਗ ਹੈ। ਸੋ ਗੁਰੂ ਸਾਹਿਬਾਨ ਨੇ ਕੀ ਕੀਤਾ, ਸਿਰਫ ਇੱਕ ਪਾਰਟਿਕੂਲਰ ਲਾਈਕ ਨਨਸ ਜਾਂ ਫਾਦਰਸ ਦੀ ਇੱਕ ਡਰੈਸ ਹੋਏਗੀ, ਉਹ ਉਹਨਾਂ ਨੇ ਕਿਹਾ। ਜਿਵੇਂ ਪੰਡਿਤ ਜੀ ਨੂੰ ਧੋਤੀ ਬਣ ਕੇ ਉਹ ਪਾ ਕੇ ਮਾਲਾ ਪਾ ਕੇ ਤਿਲਕ ਲਗਾ ਕੇ ਹੀ ਹਰ ਵੇਲੇ ਰਹਿਣਾ ਹੈ, ਉਸ ਤਰ੍ਹਾਂ ਕਨਸੈਪਟ ਦਿੱਤਾ ਗਿਆ ਰਿਲੀਜੀਅਸ ਹੈਡ ਨੂੰ। ਉਸ ਤਰ੍ਹਾਂ ਸਿੱਖੀਜ਼ਮ ਦੇ ਵਿੱਚ ਨਹੀਂ ਹੈ, ਇਸ ਕਰਕੇ ਇੱਥੇ ਆ ਕੇ ਉਹ ਫੋਟੋ ਨਿਕਲ ਜਾਂਦੀ ਹੈ। ਔਰ ਗੁਰੂ ਸਾਹਿਬ ਨੇ ਇੱਥੇ ਕੀ ਕੀਤਾ, ਗੁਰੂ ਸਾਹਿਬ ਨੇ ਇੱਕ ਬੜਾ ਯੂਨੀਕ ਬ੍ਰਾਂਡ ਤਿਆਰ ਕੀਤਾ ਜਿੱਥੇ ਉਹਨਾਂ ਨੇ ਹਰ ਸਿੱਖ ਤੇ ਵਿਸ਼ਵਾਸ ਕੀਤਾ। ਅਸੀਂ ਕਹਿ ਰਹੇ ਸੀ ਕੁਆਲਿਟੀ ਜਿਹੜੀ ਹੈ, ਟਰਸਟ ਜਿਹੜੀ ਹੈ, ਵਿਸ਼ਵਾਸ ਦਾ ਸਾਰਾ ਮਾਮਲਾ। ਤੇ ਗੁਰੂ ਸਾਹਿਬ ਇਹਦੇ ਵਿੱਚ ਕੌਣ ਗੁਰਦੁਆਰੇ ਦੇ ਭਾਈ ਸਾਹਿਬ ਹੈ ਅਸੀਂ ਨਹੀਂ ਦੱਸ ਸਕਦੇ। ਇੱਕ ਹਰ ਸਿੱਖ ਜਿਹੜਾ ਉਹ ਬ੍ਰਾਂਡਡ ਸਿੱਖ ਹੈ ਔਰ ਹਰ ਸਿੱਖ ਜਿਹੜਾ ਉਹ ਉਸ ਕੁਆਲਿਟੀ ਨੂੰ ਮੈਚ ਕਰਨਾ ਚਾਹੀਦਾ ਜੋ ਗੁਰੂ ਦੀਆਂ ਐਕਸਪੈਕਟੇਸ਼ਨਸ ਹੈ। ਉਹ ਕਿਉਂਕਿ ਸਾਡੀਆਂ ਗੁਰੂ ਤੋਂ ਐਕਸਪੈਕਟੇਸ਼ਨ ਹੈ, ਉਸੇ ਤਰ੍ਹਾਂ ਗੁਰੂ ਨੂੰ ਵੀ ਸਾਡੇ ਤੋਂ ਐਕਸਪੈਕਟੇਸ਼ਨ ਹੈ। ਇਹ ਅਸੀਂ ਸ਼ੁਰੂ 'ਚ ਹੀ ਟੌਪਿਕ ਦੇ ਕਿਹਾ ਸੀ ਕਿ ਇਫ ਗੁਰੂ we have hope in Guru, so has Guru hope in his Sikh। ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਧਾਰਮਿਕ ਆਗੂ ਹੈ ਉਹਨਾਂ ਦੀਆਂ ਇਹ ਬ੍ਰਾਂਡ ਹੋਏਗਾ ਔਰ ਇਹ ਕੁਆਲਿਟੀਜ਼ ਹੋਣਗੀਆਂ। ਉਹਨਾਂ ਨੇ ਕਿਹਾ ਹਰ ਸਿੱਖ ਦੀ ਹੀ ਉਹ ਕੁਆਲਿਟੀ ਹੋਏਗੀ।
ਸੋ ਉਸ ਸੈਂਸ ਦੇ ਵਿਚਕਾਰ ਜੋ ਬ੍ਰਾਂਡਿੰਗ ਹੈ ਨਵਾਂ ਕਨਸੈਪਟ ਨਹੀਂ ਹੈ ਰਿਲੀਜਨ 'ਚ, ਪਰ ਹਰ ਸਿੱਖ ਨੂੰ ਬ੍ਰਾਂਡਡ ਕਰ ਦੇਣਾ ਇੱਕ ਨਵਾਂ ਕਨਸੈਪਟ ਹੈ ਤਾਂ ਕਿ ਉਹਦੀ ਦੂਰੋਂ ਪਹਿਚਾਣ ਹੋਏ। ਅਸੀਂ ਨਹੀਂ ਜਾਣਦੇ ਅਸੀਂ ਕਿਸ ਤਰ੍ਹਾਂ ਮਤਲਬ ਗੁਰੂ ਸਾਹਿਬਾਨ ਦੇ ਇਸ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਉਹਨਾਂ ਨੇ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ, ਹਰ ਸਿੱਖ ਤੇ ਇੰਨਾ ਵਿਸ਼ਵਾਸ ਕੀਤਾ, ਹਰ ਇੱਕ ਨੂੰ ਹੀ ਉਸ ਲੈਵਲ ਤੇ ਉਠਾਇਆ ਜਿੱਥੇ ਵੀ ਖੜਾ ਹੋਏ ਉਹਦੀਆਂ ਲੋਕਾਂ ਦੀਆਂ ਉਸ ਤੋਂ ਕੁਝ ਉਮੀਦਾਂ ਹੋਣ ਔਰ ਉਹ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰੇ, ਖਰਾ ਉਤਰੇ। ਇਹ ਉਹਨਾਂ ਦਾ ਕਨਸੈਪਟ ਸੀ ਕਿ ਪੂਰੀ ਦੀ ਪੂਰੀ ਸੁਸਾਇਟੀ ਨੂੰ ਉਠਾਉਣਾ। ਉਹਦੇ ਵਿਜ਼ਨ ਉਹਦੇ ਕੋਈ ਡਿਵੀਜ਼ਨ ਨਹੀਂ ਹੈ, ਜਿਹੜਾ ਉਸ ਕਨਸੈਪਟ ਨੂੰ ਮੰਨਦਾ ਕੋਈ ਫਰਦਰ ਡਿਵੀਜ਼ਨ ਦੀ ਲੋੜ ਨਹੀਂ ਹੈ। ਸੋ ਅਸੀਂ ਇਸ ਟੌਪਿਕ ਤੇ ਅਗਰ ਬਹੁਤ ਧਿਆਨ ਨਾਲ ਦੇਖੀਏ ਤੇ ਬ੍ਰਾਂਡਿੰਗ ਨਵਾਂ ਕਨਸੈਪਟ ਰਿਲੀਜਨ 'ਚ ਨਾ ਹੁੰਦੇ ਹੋਏ ਵੀ ਪੂਰਨ ਤੌਰ ਤੇ ਪੰਥ ਨੂੰ ਬ੍ਰਾਂਡਡ ਕਰ ਦੇਣਾ ਇੱਕ ਬਿਲਕੁਲ ਹੀ ਨਵਾਂ ਕਨਸੈਪਟ ਸੀ। ਔਰ ਉਹੀ ਸਾਡਾ ਇੱਕ ਸੰਤ ਸਿਪਾਹੀ ਦਾ ਸਰੂਪ ਹੈ ਜੋ ਸਾਹਮਣੇ ਸਾਡੇ ਆਉਂਦਾ। ਇਸੀ ਸੰਤ ਸਿਪਾਹੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਰੀਐਮਫੇਸਾਈਜ਼ ਕਰਕੇ ਸਵਈਏ ਦੇ ਵਿੱਚ ਕਿਹਾ ਹੈ ਕਿ ਧੰਨ ਜੀਓ ਤੈ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੇ, ਕਿ ਉਹ ਧੰਨ ਯੋਗ ਨੇ ਉਸ ਸਿੱਖ ਉਹ ਸੰਤ ਸਿਪਾਹੀ ਜਿਹੜੇ ਮੂੰਹ ਦੇ ਵਿਚਕਾਰ ਉਹਨਾਂ ਦੇ ਪਰਮਾਤਮਾ ਦਾ ਨਾਮ ਹੁੰਦਾ ਔਰ ਆਪਣੇ ਚਿੱਤ ਦੇ ਵਿਚਕਾਰ ਯੁੱਧ ਵਿਚਾਰ ਰਹੇ ਹੁੰਦੇ ਨੇ। ਯੁੱਧ ਦਾ ਮਤਲਬ ਕਿ ਸਾਨੂੰ ਜੁਝਾਰੂ ਹੋਣਾ ਹੈ, ਸਾਨੂੰ ਹਰ ਕੰਮ ਠੀਕ ਪਾਸੇ ਲੈ ਜਾਣਾ ਹੈ, ਸੇਵਾ ਕਰਨੀ ਹੈ, ਜੋ ਵੀ ਇੱਕ ਜੁਝਾਰੂ ਜੀਵਨ ਜੀ ਰਹੇ ਹਨ। ਸੋ ਉਹ ਫਰਦਰ ਅੱਗੇ ਇਸੀ ਸਵਈਏ ਨੂੰ ਐਕਸਪੈਂਡ ਜਦੋਂ ਲਾਸਟ ਪੰਕਤੀ ਆਉਂਦੀ ਹੈ ਤੇ ਗਿਆਨੇ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ, ਟੇਕਿੰਗ ਦ ਬਰੂਮ ਆਫ ਵਿਜ਼ਡਮ ਇਨ ਦ ਹੈਂਡ ਸਵੀਪਸ ਅਵੇ ਦ ਰਬਿਸ਼ ਐਂਡ ਕੋਵਰਡਾਈਜ਼। ਇੱਥੇ ਨਾ ਇਹ ਬੜੀ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਕਿ ਸਿੱਖ ਧਰਮ ਤੋਂ ਪਹਿਲਾਂ ਜੋ ਧਰਮ ਦੇ ਨਾਂ ਤੇ ਜੋ ਲੋਕ ਧਰਮ ਨਾਲ ਜੁੜੇ ਹੁੰਦੇ ਸੀ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਸੀ। ਦੈਟ ਮੀਨਸ ਜੋ ਰੱਬ ਦਾ ਨਾਂ ਲੈਣਗੇ ਉਹ ਵੱਖਰੇ ਲੋਕ ਹੋਣਗੇ, ਉਹਨਾਂ ਨੂੰ ਜੋ ਪ੍ਰੋਟੈਕਸ਼ਨ ਦੇਣਗੇ ਉਹ ਵੱਖਰੇ ਲੋਕ ਹੋਣਗੇ। ਕਨਸੈਪਟ ਪਹਿਲੇ ਵੀ ਸੀ। ਔਰ ਇਸੀ ਤਰ੍ਹਾਂ ਹੀ ਦੱਸਿਆ ਜਾਂਦਾ ਕਿ ਜਦੋਂ ਆਮ ਤੌਰ ਤੇ ਪੌਰਾਣਿਕ ਕਥਾਵਾਂ ਵੀ ਹੁੰਦੀਆਂ, ਜਿਹੜੇ ਦਾਨਵ ਸੀ ਉਹ ਦੇਵਤਾਵਾਂ ਨੂੰ ਹਮੇਸ਼ਾ ਤੰਗ ਕਰਦੇ ਰਹੇ, ਮੁਨੀਆਂ ਰਿਸ਼ੀਆਂ ਨੂੰ ਤੰਗ ਕਰਦੇ ਰਹੇ, ਉਹ ਇੰਨਾ ਪਰੇਸ਼ਾਨ ਕਰਦੇ ਸੀ ਕਿ ਉਹ ਆਪਣੀ ਜੋ ਉਹਨਾਂ ਨੇ ਲਿਵ ਲਾਈ ਹੁੰਦੀ ਸੀ ਟੁੱਟ ਜਾਂਦੀ ਸੀ ਔਰ ਸਭ ਕੁਝ ਹੁੰਦਾ ਸੀ। ਉਸ ਕਰਕੇ ਉਹਨਾਂ ਨੂੰ ਫਿਰ ਇੱਕ ਫੌਜ ਖੜੀ ਕਰਨੀ ਪਈ ਜਿਹੜੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਗਾ। ਪਰ ਗੁਰੂ ਸਾਹਿਬ ਇੱਥੇ ਕਹਿ ਰਹੇ ਗਿਆਨੇ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬਿਹਾਰੇ, that means they sweep away the rubbish of cowardice। ਜਦੋਂ ਨਾਮ ਲੈ ਰਹੇ ਹਨ ਉਹਦੇ ਨਾਲ ਨਾਲ ਹੀ ਉਹ ਤਿਆਰ ਨੇ ਕਿ ਤੁਸੀਂ ਸਾਨੂੰ ਇਸ ਮਾਰਗ ਤੇ ਚੱਲਣ ਦੇ ਵਿੱਚ ਅਗਰ ਕੋਈ ਮੁਸ਼ਕਿਲ ਖੜੀ ਕਰੋਗੇ ਤੇ ਅਸੀਂ ਆਪ ਤੁਹਾਨੂੰ ਸੰਭਾਲ ਲਾਂਗੇ, ਸਾਨੂੰ ਕਿਸੇ ਹੋਰ ਦੀ ਸਹਾਇਤਾ ਦੀ ਲੋੜ ਨਹੀਂ ਹੈ। ਸੋ ਦਾ ਕਨਸੈਪਟ ਟੁਕ ਏ ਵੈਰੀ ਡਿਫਰੈਂਟ ਟਰਨ। ਅਸੀਂ ਸਮਝ ਸਕਦੇ ਹਾਂ ਕਿ ਇਸ ਸੰਤ ਸਿਪਾਹੀ ਦੀ ਹੁਣ ਮਹੱਤਤਾ ਕੀ ਸੀ ਕਿ ਜੋ ਸੰਤ ਹੋਏਗਾ ਉਹ ਖੁਦ ਹੀ ਸਿਪਾਹੀ ਵੀ ਹੋਏਗਾ, ਉਹਨੂੰ ਕਿਸੇ ਬਾਹਰੋਂ ਪ੍ਰੋਟੈਕਸ਼ਨ ਦੀ ਲੋੜ ਨਹੀਂ, ਉਹ ਆਪਣੇ ਆਪ ਆਪਣੀ ਜੋ ਹੈ ਲੜਾਈ ਖੁਦ ਲੜੇ। ਫਿਰ ਇੱਕ ਕੁਐਸਚਨ ਆਇਆ, ਡਸ ਬ੍ਰਾਂਡਿੰਗ ਕ੍ਰੀਏਟ ਡਿਸਕ੍ਰਿਮੀਨੇਸ਼ਨ, ਕਿ ਅਗਰ ਅਸੀਂ ਬ੍ਰਾਂਡਡ ਕਰਤਾ ਕਿ ਅਸੀਂ ਡਿਸਕ੍ਰਿਮੀਨੇਟ ਕਰਤਾ, ਅਸੀਂ ਕੋਈ ਭੇਦਭਾਵ ਕੀਤਾ? ਪਰ ਇਹਦਾ ਬਹੁਤ ਹੀ ਸਿੰਪਲ ਜਵਾਬ ਹੈ, ਕਿਉਂਕਿ ਇਸ ਤਰ੍ਹਾਂ ਤੇ ਫਿਰ ਦੁਨੀਆ 'ਚ ਕੋਈ ਵੀ ਪ੍ਰੋਡਕਟ ਵੀ ਬ੍ਰਾਂਡਡ ਨਹੀਂ ਹੋਣਾ ਚਾਹੀਦਾ। ਸੋ ਬ੍ਰਾਂਡਿੰਗ ਰਿਪਰੈਜ਼ੈਂਟਸ ਯੂਨੀਕ ਕੁਆਲਿਟੀਜ਼, ਕੋਈ ਵੀ ਉਸ ਨੂੰ ਲੈਣਾ ਚਾਹੁੰਦਾ ਉਹਦੇ ਲਈ ਦਰਵਾਜ਼ੇ ਖੁੱਲੇ ਹਨ। Branding creates trust, so it doesn't create discrimination, it creates trust of the people. Branding motivates, जब तुसी branded ਹੁੰਦੇ ਹੋ ਤੇ brand ਨੂੰ protect ਕਰਨ ਲਈ motivated ਹੁੰਦੇ ਹੋ। brand ਦੀ ਬਦਨਾਮੀ ਨਾ ਹੋਏ, ਦੁਨੀਆ millions of dollars spend ਕਰਦੀ ਹੈ ਕਿ ਸਾਡੇ ਸਾਰੇ ਸਿਸਟਮ ਇਤਨੇ ਵਧੀਆ ਹੋਣ ਕਿ ਸਾਡਾ brand ਬਦਨਾਮ ਨਹੀਂ ਹੋਣਾ ਚਾਹੀਦਾ। ਸੋ motivated ਹੁੰਦੇ ਨੇ ਕਿ ਕਿਉਂਕਿ brand ਦਾ ਨਾਮ ਹੁਣ ਮਾਰਕੀਟ 'ਚ ਆ ਚੁੱਕਾ ਹੈ, ਉਹਨੂੰ ਸਾਨੂੰ ਬਚਾ ਕੇ ਰੱਖਣਾ। ਔਰ बेसिकली जो ब्रांड सिक्खी है वो प्रोहिबिट्स डिस्क्रिमिनेशन ऑन द बेसिस ऑफ कास्ट, कलर, रिलीजन एंड रेस। दैट मीनस हुण जदों तुसी सेवा करनी है तो सिखां दी नहीं करनी, तुसी पूरी मनुखता दी सेवा करनी है। सो अपने आप च जो ब्रांड है वो एक नवा मैसेज लैके आया बिल्कुल, और डिस्क्रिमिनेशन नहीं है, वो रिप्रजेंटेशन है जिहदे ते कोई भी रिलाई कर सकता है। और असी पार्ट 2 ਦੇ ਵਿਚਕਾਰ ਕਾਫੀ एग्जाम्पल्स ਨਾਲ डिस्कस ਕਰਾਂਗੇ ਕਿ ਇਹਦੇ ਕੀ ਕੁਝ ਸਾਨੂੰ ਸਾਹਮਣੇ ਨਤੀਜੇ ਨਿਕਲੇ ਸਨ।
पर अगर ये गल है कि सानू संत सिपाही बनाया गया तो कुछ सानू संत और सिपाही के गुणों का भी ज्ञान होना चाहिए कि वट क्वालिटीज़ आर नीडिड इन सेंट एंड सोल्जर। सो संत दियां जो विशेषतावां ने करैक्टरिस्टिक्स ऑफ ए सेंट वो है एक तो परमात्मा नू और परमात्मा की क्रिएशन नू प्यार करो, काइंडनेस होनी चाहिए, क्लैवरलैस नहीं होनी चाहिए, यूनिवर्सल ब्रदरहुड चाहिए, हर इंसान च परमात्मा देखो, यूनियन ऑफ सोल्स है, हर एक दे विच परमात्मा देखो, विचार बहुत उच्चे होने चाहिए ने पर मन मत उच्चा मन मन मत उच्चा मत मन नीवा मत उच्ची, सॉरी मन नीवा मत उच्ची। सो जो असी रोज अरदास पढ़ते हैं, सो अपने मन नू हंबल करो और विचारां च बहुत उच्चे हो। सेवा इज सुप्रीम फॉर ह्यूमैनिटी, सेवा करनी ही करनी है। देयर इज गॉड इन एवरीवन एंड मूव टुवर्ड्स द मिशन। ये संत दे गुण हैं। हुण गल आएगी कि सिपाही दे की गुण हैं कि अगर सिर्फ संत बन के भी तो काम चल सकता सी। सिपाही दे गुण है डिफेंड हाई वैल्यूज एंड डिफेंड योरसेल्फ। अपनियां वैल्यूज नू डिफेंड करो और अपने आप नू भी डिफेंड करो, मतलब ये ना होए तुहाडे ते कोई अटैक कर दे। प्रोटैक्ट अदर्स व्हेन दे नीड यू, बाकियां नू भी डिफेंड करो जदों तुहाडी सहायता देख रहे हैं या तुहाडे वल देख रहे हैं, उन्हां नू जाके भी बचाओ। योर सर्विस बिलोंग्स टू एंटायर ह्यूमैनिटी, एज ए सोल्जर आल्सो वी बिलोंग टू एंटायर ह्यूमैनिटी। यू आर इन यूनीफॉर्म, सिर्फ सेवा ਲਈ नहीं, असी इस सोल्जर वाली सर्विस के लिए भी पहला असी सेवा ਲਈ कि असी सारी ह्यूमैनिटी ਲਈ है। एज ए सोल्जर वी बिलोंग टू एंटायर ह्यूमैनिटी। Another thing is you are in uniform, so being watched by others। ध्यान रहे कि जड़ा बंदा यूनीफॉर्म च हुंदा उन्होंने कोई ना कोई देख रहा हुंदा। तुसी जो इतने भी पॉइंट ने उन्होंने जो भी तुहाडे मन च विचार आ रहे होने और रियलिटीज़ भी हैं, उन्होंने नाल दे नाल बेशक सोचो कि जदों भी कोई यूनीफॉर्म च हुंदा, चाहे फौजी है, चाहे पुलिस वाला है, चाहे किसी भी यूनीफॉर्म च है, उन्होंने लोग देख रहे होंगे कि इहदे कोल एक्सपैक्टेड है, ये क्यों गलत कर रहा। सो पैशनेटली ब्रिंग पॉजिटिव चेंजेस, हर एक नू सोसाइटी दे विच पॉजिटिव चेंजेस लैके आने हैं। रिमाइंड योरसेल्फ ऑफ योर रिस्पॉन्सिबिलिटीज़, जदों यूनीफॉर्म च हुंदे तो तुहानूं एक तरह का रिमाइंडर हुंदा है जदों तुसीं बाकियां नूं देखदे हो और अपने नूं कि मेरी ये जिम्मेवारियां कुछ अलग लगाइयां हैं गुरु ने। सो पॉजिटिवली इन्फ्लुएंस द लाइफ ऑफ 1.25 लाख पीपल। इतना कुछ करो कि 1.25 लाख नाल लड़न की तो कोई लोड़ नहीं है, पर कोशिश होए कि मैं जितने ज़्यादा तो ज़्यादा अगर हो सके तो 1.25 लाख लोगों की जिंदगी च कुछ पॉजिटिव इंपैक्ट लैके आवां, चाहे मैं अपनी जॉब नाल लैके आवां, चाहे मैं वैसे सेवा नाल लैके आवां, मैं 1.25 लाख की जिम्मेवारी इंसान लैण की तैयारी करता रहे। तो 1.25 लाख कॉन्सैप्ट जदों असीं एक्सपेंड करते हैं वो इत्थे तक लै जांदा कि असीं 1.25 लाख की ही सेवा करनी है, तो एटलीस्ट 1.25 लाख की असीं सेवा भी कर सकीए। सो इस तो बाद असीं चलते हैं कि सिख दियां वक्रियां वक्रियां श्रेणियां होंदियां। आर देयर डिफरेंट क्लासीफिकेशंस ऑफ सिक्स। नहीं, सिखां दियां कोई वक्रियां श्रेणियां नहीं होंदियां, बट स्टेजेस होंदियां ने। एंट्री स्टेजेस इनटू सिख इंस्टीट्यूशन जिहड़ियां ने वो है ने, वो रियलिटी है। सिख इंस्टीट्यूशन च एंटर होने दियां जिहड़ी सब तो पहली स्टेज है उन्होंने असीं कहंदे हां गुरु नानक नाम लेवा। जो गुरु नानक नाम लेवा ने वो बेसिकली मिक्सड बिलीफ वाले लोग ने, उन्होंने कुछ दूसरे धर्म च भी विश्वास है, नाल ही उस सिख धर्म के विच भी बड़ा गहरा विश्वास रखते हैं। इहदे विचकार जो सब तो वड्डी कम्यूनिटी है वो सिंधी कम्यूनिटी है, जिहदे विचकार कई करोड़ लोग गुरु नानक नाम लेवा हन। बड़े सत्कार नाल गुरु नानक साहब नूं अपने हिरदे च रखते हैं, प्लस अपनियां जो मिक्स प्रैक्टिसिस हैं वो भी करते हैं। तो जो सैकेंड है वो हन सहजधारी। सहजधारी हन जो हिंदू या मुस्लिम परिवार ज़्यादा तो ज़्यादा पैदा हुए हैं, अजकल असीं क्रिश्चियन भी कह सकते हैं। नॉट ए बॉर्न सिख एंड लर्निंग एडॉप्टिंग सिख टेनेट्स विदाउट आइडेंटिटी। और जो उन्होंने शुरुआत की है जो सिख प्रिंसीपल समझ रहे हैं, जिमें कि गुरु गोबिंद सिंह जी तो पहला सिर्फ तैयारी चल रही सी, उस तरह कुछ परिवार सहजधारी होंदे हैं जिहड़े कि हिंदू मुस्लिम और हुण क्रिश्चियन भी परिवार जिहड़े कि बिना आइडेंटिटी दे एंट्री लैंदे हन, वो एंट्री दी स्टेज विच हन और वो ज़्यादा तो ज़्यादा गुरु नानक साहब दे प्रिंसीपल्स नूं फॉलो करते हैं। अपने बिलीफ नूं थोड़ा घटाते घटाते बहुत घट कर चुके होंदे हैं, और क्योंकि टाइम लगता है एक बिलीफ सिस्टम छोड़न च, वो ज़्यादा तो ज़्यादा गुरु नानक साहब दे
ਉਸ ਤੇ ਮਾਰਗ ਤੇ ਚੱਲਦੇ ਹਨ। ਤੀਸਰੇ ਹਨ ਸਿੱਖ। ਐਂਟਰੀ ਕੁਝ ਸਿੱਖ ਲੈਵਲ ਤੇ ਸਿੱਧੇ ਹੀ ਲੈਂਦੇ ਹਨ, ਜਿਵੇਂ ਕਿ ਜਿਹੜੇ ਦੋਜ਼ ਹੂ ਆਰ ਬੋਰਨ ਇਨ ਅ ਸਿੱਖ ਫੈਮਿਲੀ ਵਿਦ ਦੇਅਰ ਆਈਡੈਂਟੀਟੀ, ਉਹ ਫਿਰ ਸਿੱਖ ਪਰਿਵਾਰ ਦੇ ਬੱਚੇ ਹੁੰਦੇ ਹਨ। ਔਰ ਅਸੀਂ ਸਭ ਇਹਦੇ 'ਚ ਕੋਈ ਐਕਸਪੈਂਡ ਕਰਨ ਦੀ ਲੋੜ ਨਹੀਂ, ਬਟ ਸਿੱਖ ਜਿਹੜਾ ਹੈ ਅੱਗੇ ਖਾਲਸਾ ਤੱਕ ਮੂਵ ਕਰ ਜਾਣਾ ਚਾਹੀਦਾ ਹੈ। ਐਂਡ ਖਾਲਸਾ ਬੇਸਿਕਲੀ ਇਜ਼ ਔਰ ਕੰਪਲੀਟ ਅੰਮ੍ਰਿਤਧਾਰੀ ਸਿੱਖ ਵਿਦ ਹਾਇਰ ਲੈਵਲ ਆਫ ਕਮਿਟਮੈਂਟ ਟੂ ਲੀਡ ਅ ਸਿੱਖ ਵੇ ਆਫ ਲਾਈਫ। ਸੋ ਇੱਕ ਤਰ੍ਹਾਂ ਦੀ ਗੁਰੂ ਨੂੰ ਕਮਿਟਮੈਂਟ ਦਿੱਤੀ ਜਾਂਦੀ ਹੈ, ਸੋ ਉਹ ਖਾਲਸਾ ਹੈ। ਇਹ ਸਭ ਕਿਉਂਕਿ ਅਸੀਂ ਸਿੱਖ ਪਰਿਵਾਰਾਂ ਦੇ ਸਭ ਹਾਂ ਤੇ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ, ਇਹਨੂੰ ਜ਼ਿਆਦਾ ਐਕਸਪੈਂਡ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਗੱਲ ਆਉਂਦੀ ਹੈ ਕੇਸਾਂ ਦੀ ਮਹੱਤਤਾ ਦੀ। ਔਰ ਕੇਸਾਂ ਦੀ ਮਹੱਤਤਾ ਕਿਉਂਕਿ ਇਟਸ ਪਾਰਟ ਆਫ ਆਵਰ ਆਈਡੈਂਟੀਟੀ, ਸਾਨੂੰ ਕੇਸਾਂ ਦੀ ਇਨ ਜਨਰਲ ਮਹੱਤਤਾ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਇੰਪੋਰਟੈਂਸ ਆਫ ਅਨਸ਼ੋਰਨ ਹੇਅਰ ਇਜ਼ ਦੈਟ we accept God's rare creation without any distortion, कि परमात्मा जो मनुख है, परमात्मा दी बड़ी रेयर क्रिएशन है, रेयरेस्ट ऑफ रेयर क्रिएशन है, तो असी उहदे च डिस्टोर्शन नहीं देखना चाहते, क्योंकि जो भी परमात्मा ने फाइनल स्वरूप दिता है किसी क्रिएशन नूं, वो मनुख है, असी उन्होंने बिना डिस्टोर्ट किए एक्सेप्ट करते हैं। दे आर द नैचुरल गिफ्ट ऑफ गॉड, असी कितों बाहरों लिया के तो नहीं लगाए, बट गिफ्टिड होंदे हैं। दिस इज इंटीग्रल पार्ट ऑफ ब्रांड खालसा दी इंपॉर्टेंस है। And this also is basically a commitment of 24/7 army for entire humanity. So साडा केश ਜਿਹੜੇ ਨੇ ਕੇਸ਼ਾਧਾਰੀ ਨੇ ਜਿਹੜੇ ਸਿੱਖ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਹੀ ਹਮੇਸ਼ਾ ਸਿਪਾਹੀ ਦਾ ਹੀ ਰੂਪ ਔਰ ਦਰਜਾ ਦਿੱਤਾ ਹੈ ਕਿ ਯੂ ਆਰ ਦਾ 24/7 ਆਰਮੀ ਫॉर द एंटायर ਹਿਊਮੈਨਿਟੀ। ਹੁਣ ਅਗਰ ਅਸੀਂ ਵੈਸੇ ਦੇਖੀਏ ਤੇ ਅਨਸ਼ੋਰਨ ਹੇਅਰ ਜਿਹੜੇ ਨੇ ਉਹ दुनिया के जितने भी बड़े प्रॉफिट्स मन्ने गिने, चाहे ज़ोरोएस्टर है, सोक्रेट्स है, लॉर्ड राम है, बुद्धा है, जीसस है, और इस्लाम दे भी उत्थे फोटो लगाना नहीं अलाउड, तो असी इस्लाम भी लेंदे हां। इन्हां सब दे ही जो दिखाए जाते हैं, हालांकि साडे धर्म दे विचकार ते मूर्ति या पिक्चर की कोई वैल्यू नहीं है, पर जिस तरह भी जो रियल है और जो इमेजिनरी है, उन्हां सब दे विचकार ही इन्हां दे अनशॉर्न हेयर दिखाए गए हैं। So this also shows that there is some spiritual connect with God, कि जिन्होंने भी spiritual connect बनया है, उन्होंने परमात्मा दे नाल जो भी जुड़े हैं, उन्होंने केशां नूं भी सपोर्ट किया है। इत्थे एक बुक है, मैं बुक दा रेफरेंस भी दोबारा ढूंढ रहा, जिथे एक बार मैं विद रेफरेंस पढ़ी है। रविंद्रनाथ टैगोर जी नूं किसी ने पूछा सी कि ਜਦੋਂ ਤੁਹਾਨੂੰ ਪਰਮਾਤਮਾ ਦੇ ਥੋੜਾ ਗਿਆਨ ਦਾ ਬੋਧ ਹੋਇਆ, ਤੁਹਾਨੂੰ ਲੱਗਿਆ ਪਰਮਾਤਮਾ ਦੇ ਨਜ਼ਦੀਕ ਹਾਂ, ਤੇ ਤੁਸੀਂ ਕੀ ਕੀਤਾ ਉਸ ਤੋਂ ਬਾਅਦ? ਉਹਨਾਂ ਨੇ ਕਿਹਾ, ਮੈਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਮੈਂ ਜੋ ਰੇਜ਼ਰ ਸੀ ਜਾਂ ਉਸ ਤਰ੍ਹਾਂ ਸੀ, ਉਹ ਮੈਂ ਜਾ ਕੇ ਰਿਵਰ ਵਿੱਚ ਸੁੱਟਾਇਆ ਸੀ। ਮੈਨੂੰ ਉਸ ਟਾਈਮ ਫੀਲ ਆਇਆ ਹੁਣ ਇਸ ਤੋਂ ਬਾਅਦ ਇਹਦੀ ਲੋੜ ਨਹੀਂ ਹੈ, ਮੈਨੂੰ ਉਸੇ ਸਰੂਪ 'ਚ ਵਾਪਸ ਆਉਣਾ ਜਿਸ ਤਰ੍ਹਾਂ ਮੈਨੂੰ ਪਰਮਾਤਮਾ ਨੇ ਪੈਦਾ ਕੀਤਾ। ਇਹ ਰਵਿੰਦਰਨਾਥ ਟੈਗੋਰ ਦੀ ਬੁੱਕ ਵਿੱਚ, ਇਹਨੂੰ ਜ਼ਿਆਦਾ ਪਬਲਿਸਾਈਜ਼ ਨਹੀਂ ਕੀਤਾ ਜਾਂਦਾ। But he himself accepted कि that was the first step I took when I got the first touch or feel of God. So इस तरह ਅਸੀਂ ਦੇਖਦੇ ਹਾਂ ਕਿ ਜੋ ਪਹਿਲੇ ਵੀ ਰਿਲੀਜੀਅਸ ਹੈਡਸ ਹੈ, ਉਹਨਾਂ ਨੇ ਕੇਸ਼ਾਂ ਨੂੰ ਬਹੁਤ ਵੱਡੀ ਇੰਪੋਰਟੈਂਸ ਦਿੱਤੀ ਹੈ, ਔਰ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਬਖਸ਼ਿਸ਼ ਹੀ ਕਰ ਦਿੱਤੇ ਹਨ। So basically there is a respect for a reason, क्योंकि ये यूनिक क्रिएशन है, इस करके ਅਸੀਂ ਕਰਦੇ ਹਾਂ। नेचुरल आइडेंटिटी है, treat them like an organ, 24/7 आर्मी है, ताकि लोग दूरों कह सकन कि हाँ एक गुरु ਦਾ ਸਿੱਖ ਆਏ ਦੇ ਤੋਂ ਕੁਝ ਉਮੀਦਾਂ। ਇਹ ਆਪਣੇ ਆਪ ਲਈ ਇੱਕ ਪ੍ਰੋਮਿਸ ਵੀ ਹੈ। ਅਸੀਂ ਕੇਸ਼ਾਂ ਦੀ ਜਦੋਂ ਸੰਭਾਲ ਪੱਗ ਦੇ ਨਾਲ ਕਰਦੇ ਹਾਂ, ਤੇ ਪੱਗ ਬੰਨਣ ਵੇਲੇ ਇੱਕ ਰੋਜ਼ ਸਾਨੂੰ ਯਾਦ ਰਹੇ ਔਰ ਪ੍ਰੋਮਿਸ ਕਰੀਏ ਕਿ ਅਸੀਂ ਮਨੁੱਖਤਾ ਦੀ ਸੇਵਾ ਕਰਨ ਜਾ ਰਹੇ ਹਾਂ, ਆਪਣੇ ਆਪ ਨੂੰ ਤਿਆਰ ਕਰ ਰਹੇ ਹਾਂ, ਘਰੋਂ ਨਿਕਲ ਰਹੇ ਹਾਂ, ਜਦੋਂ ਕੰਮ ਕਰਾਂਗੇ ਤਾਂ ਵੀ ਸੇਵਾ ਉਸੇ ਤਰ੍ਹਾਂ ਕਰਾਂਗੇ ਮਨੁੱਖਤਾ ਦੀ, ਚਾਹੇ ਜੌਬ ਕਰਾਂਗੇ ਚਾਹੇ ਵੈਸੇ ਸੇਵਾ ਕਰਾਂਗੇ, ਸਾਨੂੰ ਰੋਜ਼ ਆਪਣੇ ਆਪ ਨੂੰ ਰਿਮਾइंड कराना। और सॉरी एक पीछे चला गया, एक सेकंड। वाई डू वी कट द नेल्स गिफ्टेड बाय नेचर, कि असी ਜਦੋਂ ਉਹ ਵੀ ਤੇ ਗਿਫਟ ਆਫ ਨੇਚਰ ਹੀ ਹੈ, ਤੇ ਅਸੀਂ ਉਹਨੂੰ ਕਿਉਂ ਕੱਟ ਦਿੰਦੇ ਹਾਂ? ਤੇ ਅਸੀਂ ਜਿਵੇਂ ਕੇਸ਼ਾਂ ਨੂੰ ਕਹਿੰਦੇ ਹਾਂ ਗਿਫਟ ਆਫ ਨੇਚਰ ਹੈ, ਤੇ ਨਾਖੂਨਾਂ ਨੂੰ ਕਿਉਂ ਕੱਟਦੇ ਹਾਂ? ਤੇ ਇਹਦਾ ਜੋ ਆਨਸਰ ਹੈ ਨਾ, ਉਹ ਇੱਕ ਹੋਰ ਕੁਐਸਚਨ ਦੇ ਅੰਦਰ ਛੁਪਿਆ ਹੋਇਆ। ਅਗਰ ਅਸੀਂ ਉਹ ਕੁਐਸਚਨ ਦਾ ਜਵਾਬ ਢੂੰਡਾਂਗੇ ਤੇ ਸਾਨੂੰ ਉਹਦਾ ਆਨਸਰ ਮਿਲ ਜਾਂਦਾ। ਉਹ ਕੁਐਸਚਨ ਹੈ ਕਿ ਵਾਈ ਡਿਡ ਨੇਚਰ ਗਿਫਟ ਅਸ ਵਿਦ ਨੇਲਸ, ਕਿ ਸਾਨੂੰ ਨੇਲਸ ਬਣਾਏ ਕਿਉਂ? ਇਸ ਸਵਾਲ ਦੇ ਵਿੱਚ ਦਾ ਜਵਾਬ ਛੁਪਿਆ ਹੋਇਆ। ਔਰ
ਅਸੀਂ ਅਗਰ ਦੇਖੀਏ ਤੇ sharpened nails are the first weapon in hand of for the self defense। ਕਿ ਜਿਹੜੇ ਸ਼ਾਰਪ ਕਰਦੇ ਆ ਨੇਲ ਘਿਸੇ ਜਾਂਦੇ ਨੇ। ਬਹੁਤ ਟਾਈਮ ਪਹਿਲਾਂ ਇਹ ਕੱਟੇ ਨਹੀਂ ਸੀ ਜਾਂਦੇ, ਪਰ ਪੱਥਰਾਂ ਤੇ ਨੇਲਸ ਨੂੰ ਘਿਸਿਆ ਜਾਂਦਾ ਸੀ। ਕੈਂਚੀਆਂ ਜਾਂ ਨੇਲ ਕਟਰਸ ਵਗੈਰਾ ਦਾ ਇਸਤੇਮਾਲ ਨਹੀਂ ਸੀ ਹੁੰਦਾ, ਕਿਉਂਕਿ ਉਹ ਸੀ ਹੀ ਨਹੀਂ। ਪਰ ਉਸ ਵਕਤ ਵੀ ਕੀ ਕਰਦੇ ਸੀ, ਉਹਨਾਂ ਨੇਲਸ ਨੂੰ ਜਦੋਂ ਕਿ ਵਾਲ ਤੇ ਰੱਖੇ ਜਾਂਦੇ ਸੀ, ਪਰ ਨੇਲਸ ਨੂੰ ਘਿਸਿਆ ਜਾਂਦਾ ਸੀ, ਤਾਂ ਕਿ ਇਹ ਸਾਡਾ ਫਸਟ ਵੈਪਨ ਇਨ ਸੈਲਫ ਡਿਫੈਂਸ ਹੈ, ਜਿੱਥੇ ਵੀ ਸਾਨੂੰ ਲੋੜ ਪਏ ਅਸੀਂ ਇਸਤੇਮਾਲ ਕਰ ਸਕੀਏ। ਇਸ ਕਰਕੇ ਇਹਨਾਂ ਨੂੰ ਸ਼ਾਰਪ ਰੱਖਣਾ ਜ਼ਰੂਰੀ ਹੈ। ਨੇਲ ਪੂਰੇ ਹੋ ਸਕੇ ਤੇ ਬਿਲਕੁਲ ਐਂਡ ਤੱਕ ਕੱਟਣ ਦੀ ਵੀ ਲੋੜ ਨਹੀਂ, ਥੋੜੇ ਜਿਹੇ ਨੇਲ ਇਸ ਤਰ੍ਹਾਂ ਹੋਣੇ ਚਾਹੀਦੇ ਕਿ ਤੇ ਜ਼ਰੂਰਤ ਪਏ ਤੇ ਅਸੀਂ ਐਜ਼ ਅ ਵੈਪਨ ਵੀ ਯੂਜ਼ ਕਰ ਸਕੀਏ। ਜਿਤਨੇ ਜਾਨਵਰ हैं वो भी अपने नेल्स ਨੂੰ ਸ਼ਾਰਪ ਕਰਦੇ ਹਨ। देयर आर रैट्स एंड monkeys, ਬੜੀਆਂ ਫੋਟੋਆਂ ਮਿਲ ਜਾਂਦੀਆਂ ਜਿਹੜੇ ਬੈਠ ਕੇ ਆਪਣੇ ਨੇਲਸ ਨੂੰ ਸ਼ਾਰਪ ਕਰਦੇ ਹਨ। ਸੋ ਇਟ ਇਜ਼ ਦ ਫਸਟ ਵੈਪਨ ਇਨ ਆਵਰ ਹੈਂਡ। ਇਸ ਕਰਕੇ ਸਾਨੂੰ ਇਸ ਵੈਪਨ ਨੂੰ ਤਿਆਰ ਰੱਖਣਾ ਹੈ। ਔਰ ਇਸ ਦੀ ਜੋ ਹੈ ਬਣਾਇਆ ਇਸ ਲਈ ਗਿਆ ਕਿ ਜਿਉਂ-ਜਿਉਂ ਵੱਧਦਾ ਜਾਏ, ਕਿਉਂਕਿ ਇਸ ਤੋਂ ਬਾਅਦ ਦਾ ਜਿਹੜਾ ਪੋਰਸ਼ਨ ਹੈ ਸਿਰਫ ਪੇਨਫੁਲ ਹੁੰਦਾ ਹੈ, ਕਿ ਇਹਨੂੰ ਸ਼ਾਰਪ ਕਰਕੇ ਤਿਆਰ ਰੱਖੋ, ਕਿਉਂਕਿ ਫਿਰ ਜਦੋਂ ਯੂਜ਼ ਕਰੋਗੇ ਤਾਂ ਇਹਦੀ ਸ਼ੇਪ ਖਰਾਬ ਹੋਏਗੀ, ਫਿਰ ਥੋੜਾ ਵੱਧਣਗੇ, ਫਿਰ ਸ਼ਾਰਪ ਕਰੋ। ਸੋ ਦਿਸ ਇਜ਼ ਦ ਫਸਟ ਵੈਪਨ ਇਨ ਦ ਹੈਂਡ ਫॉर डिफेंस। what are mandatory restrictions for a Sikh? ਸਿੱਖ ਦੇ ਲਈ ਜ਼ਰੂਰੀ ਪਾਬੰਦੀਆਂ ਕਿਹੜੀਆਂ ਹਨ? ਇੱਕ ਤੇ ਹੈ ਕਿ dishonoring the air, maintain identity and do not fiddle with unique creation of God। ਇਹ ਸਭ ਰਹਿਤਨਾਮੇ 'ਚ ਲਿਖੀਆਂ ਹੋਈਆਂ ਜੀ। ਸਿੱਖ ਰਹਿਤ ਮਰਿਆਦਾ ਵਿਚਕਾਰ ਯੂਜ਼ ਆਫ ਟੋਬੈਕੋ ਐਂਡ ਐਡਿਕਟਿਵ ਡਰੱਗਸ, ਇਹ ਸਾਨੂੰ ਬਿਲਕੁਲ ਮਨਾ ਨੇ। ਨੋ ਇਲ ਟ੍ਰੀਟਮੈਂਟ ਟੂ ਹਿਊਮਨ ਬੋਡੀ, ਜਿਸ ਤਰ੍ਹਾਂ ਕਿ ਡਰੱਗਸ ਜਾਂ ਕਿਸੇ ਵੀ ਤਰ੍ਹਾਂ ਦਾ ਟੋਬੈਕੋ ਦਾ ਯੂਜ਼ ਹੈ ਪੂਰੀ ਤਰ੍ਹਾਂ ਬੈਂਡ ਹੈ। ਈਟਿੰਗ ਹਲਾਲ ਮੀਟ ਆਫ ਐਨ ਐਨੀਮਲ, ਇਟ ਇਜ਼ ਕਰੂਐਲਿਟੀ ਅਗੇਂਸਟ ਕ੍ਰੀਏਚਰ। ਹਾਲਾਂਕਿ ਅਸੀਂ ਪਿਛਲੇ ਟੌਪਿਕਸ ਡਿਸਕਸ ਕੀਤਾ ਸੀ ਕਿ ਜਿਉਂ-ਜਿਉਂ ਪਰਮਾਤਮਾ ਨਾਲ ਜੁੜਦੇ ਹਾਂ ਉਸ ਤਰ੍ਹਾਂ ਨੌਨ ਵੈਜੀਟੇਰੀਅਨ ਆਪਣੇ ਆਪ ਛੁੱਟਦਾ ਚਲਾ ਜਾਂਦਾ ਹੈ। ਪਰ ਜੋ ਲੈ ਰਹੇ ਹੋਣ ਐਜ਼ ਏ ਫਸਟ ਸਟੈਪ, ਉਹਨਾਂ ਨੂੰ ਹਲਾਲ ਮੀਟ ਨਹੀਂ ਲੈਣਾ ਚਾਹੀਦਾ, ਕਿਉਂਕਿ ਹਲਾਲ ਮੀਟ ਬਣਾਉਣ ਦੀ ਵਿਧੀ ਬਹੁਤ ਜ਼ਿਆਦਾ ਕਰੂਐਲਿਟੀ ਸ਼ੋ ਕਰਦੀ ਹੈ। ਉਹਨੂੰ ਐਨੀਮਲ ਨੂੰ ਉਲਟਾ ਲਟਕਾ ਕੇ ਉਹਨੂੰ ਬਲੀਡ ਕਰਨ ਦਿੱਤਾ ਜਾਂਦਾ ਹੈ, ਆਹਿਸਤਾ ਆਹਿਸਤਾ ਕੱਟਿਆ ਜਾਂਦਾ ਹੈ, ਔਰ ਉਹ ਹਲਾਲ ਮੀਟ ਜੋ ਹੈ ਉਹ ਬਹੁਤ ਤੜਫਾ ਕੇ ਤਿਆਰ ਕੀਤਾ ਜਾਂਦਾ। ਐਂਡ ਦੈਨ ਕੋਹੈਬਿਟਿੰਗ ਵਿਦ ਅਦਰ ਦੈਨ ਵਨ ਸਪਾਊਸ, ਆਪਣੇ ਸਪਾਊਸ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਰਿਲੇਸ਼ਨਸ਼ਿਪ ਰੱਖਣਾ, ਇਹ ਵੀ ਬੈਂਡ ਹੈ। ਮਤਲਬ ਕਿ ਚਾਰ ਜੋ ਮੇਨ ਕੁਰੈਤਾਂ ਹਨ ਉਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਹਨ, ਕਿ ਸਿੱਖ ਸਰੂਪ 'ਚ ਆ ਚੁੱਕੇ ਹੋ ਤੇ ਹੁਣ ਇਹਨਾਂ ਸਾਰਿਆਂ ਨੂੰ ਵੀ ਤੁਹਾਨੂੰ ਫੋਲੋ ਕਰਨਾ ਚਾਹੀਦਾ ਹੈ। ਔਰ ਇਸ ਤੋਂ ਬਾਅਦ ਦਾ ਜਿਹੜਾ ਹੁਣ ਟੌਪਿਕ ਹੈ ਨਾ, ਉਹ ਅਸੀਂ ਇੱਥੇ ਹੀ ਕਲੋਜ਼ ਕਰਾਂਗੇ। ਐਕਚੁਅਲੀ ਦਿਸ ਚੀਟਿੰਗ ਇਸ ਕਰਕੇ ਨਹੀਂ ਚਾਹੀਦੀ ਬਿਕੋਜ਼ ਸਾਨੂੰ ਬੜੇ ਹਾਈ ਮੋਰਲ ਸਟੈਂਡਰਡਸ ਹੋਣੇ ਚਾਹੀਦੇ ਆ। ਤੇ ਇਹ ਸਾਡਾ ਪਾਰਟ 2 ਰਹੇਗਾ। ਅਸੀਂ ਥੋੜਾ ਜਿਹਾ ਟਾਈਮ ਵੀ ਐਕਸੀਡ ਕਰ ਗਏ। ਇਹਦੇ ਵਿੱਚ ਵੀ ਕਰੀਬ ਇਤਨੇ ਹੀ ਕੁਐਸਚਨਸ ਹਨ ਜੋ ਸਿੱਖ ਸਰੂਪ ਨਾਲ ਰਿਲੇਟਡ ਹਨ, ਔਰ ਉਹ ਕੁਐਸਚਨਸ ਅਸੀਂ ਪਾਰਟ 2 ਦੇ ਵਿੱਚ ਲਵਾਂਗੇ, ਔਰ ਉਸ ਤੋਂ ਬਾਅਦ ਅਸੀਂ ਕਨਕਲੂਡ ਕਰਾਂਗੇ। ਸੋ ਅੱਜ ਦਾ ਜੋ ਟੌਪਿਕ ਹੈ ਇੱਥੇ ਹੀ ਕਲੋਜ਼ ਕਰਦੇ ਹਾਂ। ਮੈਂ ਥੋੜਾ ਫਾਸਟ ਕਵਰ ਕੀਤਾ ਹੈ, ਹਾਲਾਂਕਿ ਹਰ ਟੌਪਿਕ ਤੇ ਡਿਸਕਸ਼ਨ ਹੋ ਸਕਦੀ ਹੈ, ਪਰ ਇਹ ਬੜੀ ਜਾਣਕਾਰ ਸੰਗਤ ਹੈ ਤੇ ਸ਼ਾਇਦ ਨਹੀਂ ਵੀ ਲੋੜ ਸੀ ਉਤਨੇ ਦੀ। ਬਟ ਇੱਕ ਬੇਸਿਕ ਚੀਜ਼ਾਂ ਨੇ ਜੋ ਸਾਨੂੰ ਪਤਾ ਹੋਣੀ ਚਾਹੀਦੀਆਂ। ਕਨਸੈਪਟ ਆਫ ਇੰਸਟੀਟਿਊਸ਼ਨਲਾਈਜੇਸ਼ਨ, ਕਨਸੈਪਟ ਆਫ ਬ੍ਰਾਂਡਿੰਗ, ਕੀ ਪਹਿਲਾਂ ਹੁੰਦਾ ਆਇਆ, ਪਹਿਲੇ ਰਿਲੀਜਨਸ ਦੇ ਵਿਚਕਾਰ ਕੀ ਕੁਝ ਬ੍ਰਾਂਡਿੰਗ ਹੋ ਚੁੱਕੀ ਸੀ, ਗੁਰੂ ਸਾਹਿਬਾਨ ਨੇ ਕਿਸ ਤਰ੍ਹਾਂ ਕੀਤਾ, ਗੁਰੂ ਸਾਹਿਬਾਨ ਦੀਆਂ ਸਾਡੇ ਤੋਂ ਕੀ ਉਮੀਦਾਂ ਹਨ ਐਜ਼ ਫਰੋਮ ਏ ਸਿੱਖ, ਸੰਤ ਸਿਪਾਹੀ ਤੋਂ ਸੰਤ, ਐਜ਼ ਏ ਸੰਤ ਕੀ ਉਮੀਦਾਂ ਹਨ, ਐਜ਼ ਏ ਸਿਪਾਹੀ ਕੀ ਉਮੀਦਾਂ ਹਨ, ਉਹ ਸਾਨੂੰ ਬਹੁਤ ਬੇਸਿਕ ਲੈਵਲ ਤੇ ਪਤਾ ਹੋਣੀਆਂ ਚਾਹੀਦੀਆਂ। ਧਰਮ ਦੇ ਮਾਰਗ ਤੇ ਐਂਟਰੀ ਕਿਵੇਂ ਲੈਣੀ ਹੈ, ਕਿਸ ਤਰ੍ਹਾਂ ਸਟੈਪ ਬਾਈ ਸਟੈਪ ਧਰਮ ਨੂੰ ਸਮਝਣਾ ਹੈ। ਸੋ ਇਹ ਇੱਕ ਟੌਪਿਕ ਦੇ ਵਿੱਚ ਅਸੀਂ ਓਵਰਆਲ ਅੱਜ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਹਦੇ ਨਾਲ ਜੋ ਰਿਲੇਟਡ ਕੁਐਸਚਨਸ ਹੈ ਸਿੱਖ ਸਰੂਪ ਨਾਲ, ਉਹ ਪਾਰਟ 2 ਦੇ ਵਿੱਚ ਆਉਣਗੇ, ਔਰ ਕੁਝ ਹੋਰ ਵੀ ਕੁਐਸਚਨਸ ਜੋ ਬੱਚਿਆਂ ਨੇ ਸਾਨੂੰ ਪੁੱਛੇ ਸੀ ਉਹ ਅਸੀਂ ਕਵਰ ਕਰਾਂਗੇ। ਸੋ ਇਹਦੇ ਨਾਲ ਹੀ ਅਸੀਂ ਕਨਕਲੂਡ ਕਰਦੇ ਹਾਂ ਤੇ ਨਾਓ ਇਟ ਇਜ਼ ਓਪਨ ਫॉर ਡਿਸਕਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।